ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਦਿੱਲੀ ਵਿੱਚ ਬੈਠੇ ਕਿਸਾਨਾਂ ਨੂੰ ਅੱਜ 26ਵਾਂ ਦਿਨ ਹੈ। ਕਿਸਾਨਾਂ ਨੇ ਦਿੱਲੀ ਵਿੱਚ ਬੈਠ ਕੇ ਇੱਕ ਨਵੀਂ ਪਿਰਤ ਪਾਈ ਹੈ। ਕਦੇ ਤਾਂ ਸਰਕਾਰ ਨੂੰ ਤਰੇਲੀਆਂ ਆਉਂਦੀਆਂ ਨੇ ਅਤੇ ਕਦੇ ਸਰਕਾਰ ਉਹਨਾਂ ਨਾਲ ਗੱਲਬਾਤ ਕਰਨ ਲਈ ਤਰਲੋ ਮੱਛੀ ਹੁੰਦੀ ਹੈ। ਸਰਕਾਰ ਕਿਸਾਨਾਂ ਦੇ ਨਾਲ ਅੜੀਆਂ ਵੀ ਕਰ ਰਹੀ ਹੈ। ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ। ਮੇਰੇ ਨਾਲ ਸਟੂਡੀਓ ਦੇ ਵਿੱਚ ਦੋ ਮਾਹਿਰ ਮਹਿਮਾਨ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਕਰਾਵਾਂਗੇ ਐਡਵੋਕੇਟ ਮਹਿੰਦਰ ਸਿੰਘ ਗਰੇਵਾਲ ਜੀ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਦੂਜੇ ਮਾਹਿਰ ਮਹਿਮਾਨ ਸਾਡੇ ਨਾਲ ਕੁਲਦੀਪ ਸਿੰਘ ਹੀਰ ਨੇ। ਸਤਿ ਸ਼੍ਰੀ ਅਕਾਲ ਸਰ। ਸਵਾਗਤ ਕਰਦੇ ਹਾਂ ਤੁਹਾਡਾ ਸਟੂਡੀਓ ਦੇ ਵਿੱਚ ਬਹੁਤ-ਬਹੁਤ। ਸਰ, ਤੁਸੀਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ ਨੁਮਾਇੰਦੇ ਵੀ ਹੋ ਤੇ ਤੁਸੀਂ ਦਿੱਲੀ ਵੀ ਜਾ ਕੇ ਆਏ ਹੋ। ਤੁਸੀਂ ਆਪਣਾ ਤਜਰਬਾ ਜਿਹੜਾ ਆ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਇੱਕ ਪੂਰੀ ਟੀਮ ਲੈ ਕੇ ਦਿੱਲੀ ਗਏ ਸੀਗੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਲਈ। ਜਿਹੜਾ ਤਜਰਬਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤਜਰਬਾ ਹੈ ਜੋ ਅੱਗੇ ਨਾ ਅਜਿਹਾ ਕੋਈ ਅੰਦੋਲਨ ਦੇਖਿਆ, ਨਾ ਆਸ ਕਰਦੇ ਆ ਕਿ ਅਜਿਹਾ ਅੰਦੋਲਨ ਕੋਈ ਗਾਹਾਂ ਨੂੰ ਦੇਖਣ ਦਾ ਮੌਕਾ ਮਿਲੂਗਾ। ਕਿਉਂਕਿ ਇਹਦੇ ਵਿੱਚ ਜਿਸ ਲੈਵਲ 'ਤੇ ਕਿਸਾਨਾਂ ਦੀ ਇੱਕ ਤਾਂ ਪਾਰਟੀਸੀਪੇਸ਼ਨ, ਇੱਕ ਉਹਨਾਂ ਦਾ ਹੌਸਲਾ, ਅਤੇ ਜੋ ਉੱਥੇ ਇੱਕ ਅਨਮੈਨੇਜਡ ਪਰ ਵੈਰੀ ਮਚ ਮੈਨੇਜਡ ਜਿਸ ਤਰ੍ਹਾਂ ਦਾ ਅੰਦੋਲਨ ਚੱਲ ਰਿਹਾ, ਉਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਬਣ ਕੇ ਰਹਿ ਗਿਆ। ਉੱਥੇ ਜਾ ਕੇ ਦੇਖਦੇ ਆ ਕਿ ਇੱਕ ਤਾਂ ਜਿਹੜੇ ਉਤਸ਼ਾਹ ਦੇ ਨਾਲ ਲੋਕ ਬੈਠੇ ਹੈ, ਪੂਰੀਆਂ ਉਹ ਮੁਸੀਬਤਾਂ ਝੱਲ ਰਹੇ ਹੈ। ਉੱਥੇ ਖੁਦ ਸਾਨੂੰ ਸਮਝ ਨਹੀਂ ਆਉਂਦੀ ਵੀ ਇਸ ਗੱਲ ਨੂੰ ਦੇਖ ਕੇ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਦੁੱਖ ਹੋ ਰਿਹਾ ਹੈ। ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਇੰਨੇ ਵਧੀਆ ਤਰੀਕੇ ਦੇ ਨਾਲ ਸ਼ਾਂਤਮਈ ਇੰਨੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਇੱਕ ਸਟਰਗਲ ਚੱਲ ਰਹੀ ਹੈ ਹੱਕੀ ਮੰਗਾਂ ਦੇ ਵਾਸਤੇ, ਇਹ ਖੁਸ਼ੀ ਦਾ ਗੱਲ ਹੈ। ਪਰ ਦੂਜੇ ਪਾਸੇ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿਹੜੇ ਅਸੀਂ ਖੇਤਾਂ ਦੇ ਰਾਜੇ ਕਹਿੰਦੇ ਆ ਕਿਸਾਨ, ਉਹ ਖੇਤਾਂ ਦੇ ਰਾਜੇ ਆਪਣੇ ਹੀ ਮੁਲਕ ਦੇ ਵਿੱਚ ਰਿਫਿਊਜੀਆਂ ਵਾਂਗੂ ਬੈਠੇ ਹੈ। ਨਾ ਉਹਨਾਂ ਦਾ ਕੋਈ ਨਹਾਉਣ ਦਾ ਪ੍ਰਬੰਧ ਹੈ, ਨਾ ਕੋਈ ਰਹਿਣ ਦਾ, ਟਰਾਲੀਆਂ ਦੇ ਵਿੱਚ ਸੌਂ ਰਹੇ ਹੈ। ਹੌਸਲੇ ਬੇਸ਼ੱਕ ਬੁਲੰਦ ਨੇ ਪਰ ਹਾਲਾਤ ਬਹੁਤ ਮਾੜੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਰਹਿਣਾ ਪੈ ਰਿਹਾ। ਪਰ ਇਸ ਹਾਲਾਤ ਦੇ ਵਿੱਚ ਵੀ ਜਿਹੜੀ ਸਰਕਾਰ ਹੈ ਉਸ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕ ਰਹੀ। ਉਹ ਇਹਦੇ ਬਾਰੇ ਕੋਈ ਸੋਚ ਨਹੀਂ ਰਹੀ ਕਿ ਸਾਨੂੰ ਕਿਸ ਤਰ੍ਹਾਂ ਦਾ ਸਹੀ ਫੈਸਲਾ ਲੈਣਾ ਚਾਹੀਦਾ। ਸਰ, ਮਨੋਹਰ ਲਾਲ ਖੱਟੜ ਵੱਲੋਂ ਕਿਸਾਨਾਂ ਨੂੰ ਸੰਵਿਧਾਨਕ ਹੱਕਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਰਿਹਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਜਿਹੜਾ ਤੱਕ ਇੰਟਰਨੈਸ਼ਨਲੀ ਐਕਸੈਪਟਡ ਹੈ ਕਿ ਜਿਹੜੇ ਬੰਦੇ ਦੇ ਵੀ ਪ੍ਰੋਟੈਸਟ ਕਰਨ ਦਾ ਰਾਈਟ ਹੈ ਅਤੇ ਪੀਸਫੁਲੀ ਪ੍ਰੋਟੈਸਟ ਕਰਨਾ ਬਿਲਕੁਲ ਜਾਇਜ਼ ਹੈ। ਇਹ ਜਿਹੜਾ ਹੁਣ ਮਨੋਹਰ ਲਾਲ ਖੱਟੜ ਵੱਲੋਂ ਜਿਹੜੀ ਹਰਿਆਣਾ ਗੌਰਮੈਂਟ ਵੱਲੋਂ ਉਹਨਾਂ ਨੂੰ ਰਾਹ ਦੇ ਵਿੱਚ ਅੜਿੱਕੇ ਪਾਏ ਗਏ ਜਾਂ ਉਹਨਾਂ ਨੂੰ ਹੋਰ ਪ੍ਰੋਬਲਮਸ ਪਾਈਆਂ ਜਾ ਰਹੀਆਂ ਨੇ, ਉਹ ਬਿਲਕੁਲ ਸਰਾਸਰ ਗਲਤ ਹੈ, ਜਿਹੜੀਆਂ ਕਦੇ ਵੀ ਅਨਪ੍ਰੈਸੀਡੈਂਟਡ ਨੇ, ਜੋ ਹੋਣੀਆਂ ਨਹੀਂ ਚਾਹੀਦੀਆਂ। ਅਤੇ ਹੁਣ ਹਰਿਆਣੇ ਦੇ ਵਿੱਚ ਇੱਕ ਜਿਹੜੀ ਗੱਲ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਕਿ SYL ਦਾ ਇਸ਼ੂ ਵੀ ਉਠਾਇਆ ਜਾ ਰਿਹਾ ਹੈ, ਉਹ ਵੀ ਇਹਦੀ ਇੱਕ ਅੱਗੇ ਵਾਲੀ ਕੜੀ ਹੈ ਵੀ ਇਸ ਅੰਦੋਲਨ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜੀ ਯੂਨਿਟੀ ਕਿਸਾਨਾਂ ਦੇ ਵਿੱਚ ਹੋਈ ਹੈ, ਚਾਹੇ ਉਹ ਹਰਿਆਣੇ ਦੇ ਹੈ ਚਾਹੇ ਪੰਜਾਬ ਦੇ ਹੈ, ਉਹ ਯੂਨਿਟੀ ਨੂੰ ਤੋੜਨ ਦੀਆਂ ਵੀ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਖੱਟਰ ਸਾਹਿਬ ਦੀ ਅਤੇ ਉਹਨਾਂ ਦੀ ਸਰਕਾਰ ਦੇ ਲਈ ਕੋਈ ਅੱਛੀ ਗੱਲ ਨਹੀਂ ਗੀ ਕਿ ਉਹ ਅੱਛੀ ਪਿਰਤ ਨਹੀਂ ਪਾ ਰਹੇ ਇਸ ਦੇ ਵਿੱਚ। ਸਰ, ਅਗਲਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ। ਪੰਜਾਬ ਦੇ ਜਿਹੜੇ ਪ੍ਰਮੁੱਖ ਅਖਬਾਰ ਨੇ ਉਹਨਾਂ ਦੇ ਵਿੱਚ ਅਡਾਨੀ ਦੁਆਰਾ ਦਿੱਤੇ ਗਏ ਇਸ਼ਤਿਹਾਰ ਲਗਾਏ ਜਾ ਰਹੇ ਨੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਜਿਹੜਾ ਮੀਡੀਆ ਦਾ ਰੋਲ ਹੈ ਇਸ 'ਤੇ ਬਹੁਤ ਸਵਾਲ ਉਠਾਏ ਗਏ ਨੇ ਜੀ। ਇੱਕ ਲਫ਼ਜ਼ ਪਿਛਲੇ ਦਿਨਾਂ ਦੇ ਵਿੱਚ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ। ਲਫ਼ਜ਼ ਤਾਂ ਬਹੁਤ ਦੇਰ ਤੋਂ ਘਸੀਟਿਆ ਜਾ ਰਿਹਾ ਸੀ, ਗੋਦੀ ਮੀਡੀਆ ਦਾ। ਜੀ। ਉਹ ਮੋਦੀ ਤੋਂ ਗੋਦੀ ਬਣਾ ਕੇ ਜੋ ਲੋਕ ਜਿਹੜੇ ਮੀਡੀਆ ਆਊਟਲੈਟਸ ਮੋਦੀ ਦੀ ਫੇਵਰ ਕਰਦੀਆਂ ਸੀ ਉਹਨਾਂ ਨੂੰ ਗੋਦੀ ਮੀਡੀਆ ਆਖ ਦਿੱਤਾ ਗਿਆ। ਇਸ ਦੇ ਬਹੁਤ ਸਾਰੇ ਅਰਥ ਕੱਢੇ ਜਾ ਸਕਦੇ ਨੇ। ਸਾਰਿਆਂ ਨੂੰ ਪਤਾ ਹੈ ਕਿ ਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਇਹੋ ਜਿਹੇ ਮੀਡੀਆ ਲੈਵਲਸ, ਇਹੋ ਜਿਹੇ ਆਊਟਲੈਟਸ ਹਨ ਜਿਹੜੇ ਗਾਹੇ ਬਗਾਹੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਰਕਾਰ ਦੀ ਸਪੋਰਟ ਕਰਦੇ ਨੇ, ਅਤੇ ਉਹਨਾਂ ਦਾ ਵੀ ਪਤਾ ਹੈ ਜੋ ਗੱਲ ਠੀਕ ਠਾਕ ਕਰਦੇ ਨੇ, ਅਤੇ ਉਹ ਵੀ ਕੁਝ ਹਨ ਜਿਹੜੇ ਦੂਸਰੇ ਪਾਸੇ ਦੀ ਗੱਲ ਕਰਦੇ ਨੇ। ਸੋ ਗੱਲ ਤਾਂ ਸਾਰੇ ਪਾਸੇ ਚੱਲਦੀ ਰਹੀ ਆ। ਪਰ ਪਿਛਲੇ ਸਮੇਂ ਤੋਂ ਕੋਰਪੋਰੇਟ ਜਗਤ ਦਾ ਬੋਲਬਾਲਾ ਇੰਨਾ ਹੋ ਗਿਆ ਕਿ ਉਹ ਲੋਕ ਜਿਹੜੇ ਮੀਡੀਆ ਦੇ ਉੱਤੇ ਕਾਬਜ਼ ਨਹੀਂ ਹੋਣੇ ਚਾਹੀਦੇ ਸੀ, ਜੋ ਸਿਰਫ ਇੱਕ ਵਪਾਰੀ ਵਰਗ ਦੇ ਲੋਕ ਸਨ, ਉਹ ਮੀਡੀਆ ਦੇ ਉਨੀ ਐਂਟੀਟੀਜ਼ ਜਿਹੜੀਆਂ ਸੀ ਉਹ ਖਰੀਦ ਲਈਆਂ। ਵੱਡੇ ਵੱਡੇ ਚੈਨਲ ਉਹਨਾਂ ਨੇ ਖਰੀਦ ਲਏ, ਡਿਸ਼ ਨੈਟਵਰਕ ਉਹਨਾਂ ਨੇ ਖਰੀਦ ਲਏ, ਔਰ ਉਹਨਾਂ ਨੇ ਕੇਬਲ ਸਿਸਟਮ 'ਤੇ ਸਾਰਾ ਕਬਜ਼ਾ ਕਰ ਲਿਆ। ਸੋ ਸਾਰਾ ਕੁਛ ਉਹਨਾਂ ਦੇ ਅਧੀਨ ਹੋ ਗਿਆ। ਜਿਹੜੇ ਚੈਨਲ
ਉਹਨਾਂ ਤੋਂ ਅਲੱਗ ਹੋ ਕੇ ਚੱਲਣ ਦੀ ਕੋਸ਼ਿਸ਼ ਕਰਦੇ ਸੀ, ਚਾਹੇ ਉਹ ਅਖਬਾਰਾਂ ਸੀ ਜਾਂ ਕੋਈ ਟੀਵੀ ਚੈਨਲ ਸੀ ਜਾਂ ਈਵਨ ਰੇਡੀਓ ਤੇ ਤਾਂ ਬਹੁਤਾ ਕੰਮ ਨਹੀਂ ਹੈ ਭਾਰਤ ਦੇ ਵਿੱਚ, ਕਿਉਂਕਿ ਐਂਟਰਟੇਨਮੈਂਟ ਦੇ ਨਾਲ ਹੀ ਸੰਬੰਧਿਤ ਹੈ, ਜ਼ਿਆਦਾ ਕਰਕੇ ਮਨੋਰੰਜਨ ਦੇ ਨਾਲ ਹੀ ਹੈ। ਉਹਨਾਂ ਤੇ ਸ਼ਿਕੰਜੇ ਕੱਸਣੇ ਸ਼ੁਰੂ ਕਰ ਦਿੱਤੇ ਗਏ ਔਰ ਉਹਨੂੰ ਹੋਰ ਤਰੀਕੇ ਨਾਲ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਔਰ ਬੜਾ ਇੱਕ ਸੌਖਾ ਤਰੀਕਾ ਜਿਹੜਾ ਹੈ ਉਹ ਭਾਰਤ ਦੇ ਵਿੱਚ ਕਿਸੇ ਨੂੰ ਤੰਗ ਕਰਦਾ ਹੈ ਕਿ ਉਹਨਾਂ ਨੂੰ ਇਨਕਮ ਟੈਕਸ ਦੇ ਰੌਲੇ ਦੇ ਵਿੱਚ ਘਸੀਟ ਲਓ। ਸੋ ਇਸੇ ਦੇ ਚਲਦਿਆਂ ਕੁਝ ਮੀਡੀਆ ਆਊਟਲੈਟਸ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਕੱਲ੍ਹ ਜਿਹੜਾ ਦਿਨ ਲੰਘ ਕੇ ਗਿਆ, ਕੱਲ੍ਹ ਅਦਾਨੀ ਗਰੁੱਪ ਵੱਲੋਂ ਜਾਂ ਅਡਾਨੀ ਵੱਲੋਂ ਇੱਕ ਵੱਡੀ ਇਸ਼ਤਿਹਾਰ ਜਿਹੜਾ ਸੀ ਫੁੱਲ ਪੇਜ ਦਾ ਕਲਰਡ ਦਾ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਦਿੱਤਾ ਗਿਆ। ਕਿਸੇ ਇੱਕ ਦਾ ਨਾਮ ਮੈਂ ਨਹੀਂ ਲਵਾਂਗਾ, ਹਰ ਇੱਕ ਦੀ ਆਪਣੀ ਸਥਿਤੀ ਆ, ਆਪਣੀ ਮਜਬੂਰੀ ਹੈ, ਪਰ ਮੈਂ ਸਮਝਦਾ ਕਿ ਪੰਜਾਬ ਦੀਆਂ ਹਿਤੈਸ਼ੀ ਅਖਬਾਰਾਂ ਜੋ ਪੰਜਾਬ, ਕਿਉਂਕਿ ਕਿਸਾਨੀ ਸੂਬਾ ਹੈ, ਇੱਥੇ ਬਹੁਤੇ ਕਿਸਾਨ ਨੇ, ਕਿਸਾਨੀ ਤੇ ਡਿਪੈਂਡੈਂਟ ਇੱਥੇ ਦੀ ਆਰਥਿਕਤਾ ਹੈ ਔਰ ਕਿਸਾਨੀ ਦੀ ਗੱਲ ਕਰਨ ਲਈ ਕਿਸ ਤਰ੍ਹਾਂ ਪੰਜਾਬ ਸਾਰਾ ਉੱਠ ਖਲੋਤਾ ਹੈ, ਇਸ ਗੱਲ ਦਾ ਸਾਰਿਆਂ ਨੂੰ ਪਤਾ। ਮੈਂ ਸਮਝਦਾ ਕਿ ਭਾਵੇਂ ਕਿ ਮੀਡੀਆ ਦੀ ਇਸ ਤਰ੍ਹਾਂ ਮੀਡੀਆ ਪੱਖਪਾਤ ਨਹੀਂ ਕਰ ਸਕਦਾ ਕਿ ਅਸੀਂ ਆਹ ਐਡਵਰਟਾਈਜ਼ਮੈਂਟ ਦੇ ਦੇਣੀ ਹੈ ਤੇ ਆਹ ਨਹੀਂ ਦੇਣੀ, ਪਰ ਉਹਨਾਂ ਵੱਲੋਂ ਫੇਰ ਵੀ ਮੈਂ ਸਮਝਦਾ ਕਿ ਕੋਈ ਨਾ ਕੋਈ ਸਟੈਂਡ ਲੈਣਾ ਚਾਹੀਦਾ ਸੀ ਔਰ ਇਸ ਨੂੰ ਕਿਸੇ ਤਰੀਕੇ ਨਾਲ ਨਜਿੱਠਣਾ ਚਾਹੀਦਾ ਸੀ। ਪਰ ਦੂਜੇ ਪਾਸੇ ਜਿਹੜੇ ਸਾਡੇ ਵੇਖਣ ਵਾਲੇ ਨੇ, ਮੈਂ ਉਹਨਾਂ ਨੂੰ ਵੀ ਦੱਸ ਦੇਵਾਂ ਗੱਲ ਕਿ ਇਸ ਤਰ੍ਹਾਂ ਜਵਾਬ ਦੇਣਾ ਬਹੁਤ ਔਖਾ ਹੁੰਦਾ ਹੈ। ਕਿਸੇ ਨੂੰ ਕਿਹੜੇ ਬੇਸਿਸ ਤੇ ਤੁਸੀਂ ਕਹੋ ਕਿ ਅਸੀਂ ਤੁਹਾਡੀ ਗੱਲ ਨਹੀਂ ਕਰ ਸਕਦੇ? ਮੀਡੀਆ ਦਾ ਤਾਂ ਕੰਮ ਇਹ ਹੈ ਕਿ ਉਹ ਗੱਲ ਕਰ ਸਕਦੇ ਨੇ, ਪਰ ਉਹ ਇੱਕ ਪੇਡ ਇਸ਼ਤਿਹਾਰ ਸੀ, ਉਹਨੂੰ ਇਸ਼ਤਿਹਾਰ ਵਜੋਂ ਲਾਇਆ ਗਿਆ। ਇਸੇ ਤਰ੍ਹਾਂ ਮੈਂ ਗੱਲ ਨੂੰ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂ। ਸੱਚੇ ਸੌਦੇ ਵਾਲਾ ਸਿਰਸੇ ਵਾਲਾ ਸਾਧ ਅੱਜ ਕੱਲ੍ਹ ਜੇਲ੍ਹ ਵਿੱਚ ਬੰਦ ਹੈ। ਜਿਹੜੇ ਵੀ ਦੋਸ਼ ਉਸ ਤੇ ਲੱਗੇ ਹੋਏ ਨੇ ਸਾਰਿਆਂ ਨੂੰ ਪਤਾ ਹੈ, ਪਰ ਜਿਸ ਗੱਲ ਕਰਕੇ ਉਸ ਦਾ ਜ਼ਿਆਦਾ ਰੌਲਾ ਪਿਆ ਸੀ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਤੇ ਸਵਾਂਗ ਰਚਾਇਆ ਤੇ ਉਹਨਾਂ ਦੇ ਬਰਾਬਰ ਤੁਲਨਾ ਆਪਣੇ ਆਪ ਨੂੰ ਕਰਕੇ ਤੇ ਪੇਸ਼ ਕੀਤਾ, ਉਹ ਵੀ ਤੇ ਇਸ਼ਤਿਹਾਰ ਕਿਸੇ ਅਖਬਾਰ 'ਚ ਹੀ ਲੱਗਾ ਸੀ ਪੰਜਾਬ ਦੇ ਵਿੱਚ। ਉਸ ਦੇ ਐਡੀਟਰਾਂ ਨੇ ਤੇ ਉਸ ਦੇ ਜਿਹੜੇ ਨੁਮਾਇੰਦੇ ਹੋਣਗੇ ਉਹਨਾਂ ਨੂੰ ਵੇਖਣਾ ਚਾਹੀਦਾ ਸੀ ਕਿ ਇਸ ਦਾ ਕੀ ਅਸਰ ਜਿਹੜਾ ਹੈ ਪੰਜਾਬ ਤੇ ਜਾਂ ਸਿੱਖਾਂ ਤੇ ਕੀ ਹੋ ਸਕਦਾ ਹੈ। ਇਸੇ ਤਰ੍ਹਾਂ ਹੁਣ ਜਿਹੜੀ ਇੱਕ ਲਹਿਰ ਹੈ ਕਿਸਾਨਾਂ ਵੱਲੋਂ ਜਾਂ ਕਿਸਾਨ ਹਿਤੈਸ਼ੀ ਗਰੁੱਪਾਂ ਵੱਲੋਂ, ਉਹ ਜਿਹੜੀ ਲਹਿਰ ਹੈ ਉਹ ਦੋ ਵਪਾਰਕ ਘਰਾਣਿਆਂ ਦੇ ਖਿਲਾਫ ਜ਼ਿਆਦਾ ਹੈ। ਸਰਕਾਰ ਦੇ ਖਿਲਾਫ ਤਾਂ ਹੈ ਹੀ ਹੈ। ਸਰਕਾਰ, ਅੰਬਾਨੀ ਤੇ ਅਡਾਨੀ, ਇਹਨਾਂ ਤਿੰਨਾਂ ਨੂੰ ਇੱਕੋ ਕੜੀ ਦੇ ਵਿੱਚ ਪਰੋ ਕੇ ਵੇਖਿਆ ਜਾ ਰਿਹਾ ਹੈ। ਮੈਂ ਸਮਝਦਾ ਇਸ ਮਾਮਲੇ 'ਚ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੀ ਵੀ ਘਾਟ ਹੈ। ਇਹ ਇਕੱਲੇ ਦੋ ਗਰੁੱਪ ਨਹੀਂ। ਜੇ ਅੱਜ ਅਸੀਂ ਜੀਓ ਕੰਪਨੀ ਦੀ ਸਿਮ ਪੋਰਟ ਕਰਵਾਉਣ ਲਈ ਕਿਸਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਨੇ ਉੱਥੇ ਬੂਥ ਲੱਗੇ ਹੋਏ ਨੇ ਕਿ ਜੀਓ ਕੰਪਨੀ ਦੀ ਸਿਮ ਪੋਰਟ ਕਰਵਾ ਕੇ ਕਿਸੇ ਹੋਰ ਕੰਪਨੀ 'ਚ ਲੈ ਕੇ ਜਾਈਏ, ਤੇ ਉਹ ਜਾਣਾ ਕਿੱਥੇ ਆ? ਉਹ ਕੰਪਨੀਆਂ ਕਿਹੜੀਆਂ ਨੇ? ਉਹ ਕਿਸਾਨ ਹਿਤੈਸ਼ੀ ਕਿਵੇਂ ਹੋਈਆਂ? ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ। ਮੈਂ ਦੱਸ ਦੇਵਾਂ ਕਿ ਸਿੰਘੂ ਬਾਰਡਰ, ਜਿਹੜਾ ਇੱਕ ਸਿੰਘੂ ਨਾਂ ਦਾ ਪਿੰਡ ਹੈ ਜਿੱਥੇ ਕਿ ਇਹ ਸਾਰਾ ਅੰਦੋਲਨ ਚੱਲ ਰਿਹਾ, ਇਤਿਹਾਸਿਕ ਸਥਾਨ ਦੇ ਉੱਪਰ ਇਤਿਹਾਸ ਸਿਰਜਿਆ ਜਾ ਰਿਹਾ ਹੈ। 436 ਸਾਲ ਪੁਰਾਣਾ ਪਿੰਡ ਹੈ ਉਹ ਇਤਿਹਾਸ ਦੇ ਵਿੱਚ, ਔਰ ਉਸ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਜਿਹੜੀ ਹੈ ਉਹ ਪ੍ਰਾਈਵੇਟ ਕੰਪਨੀਆਂ ਨੇ ਅੱਜ ਤੋਂ ਕਈ ਸਾਲ ਪਹਿਲਾਂ ਖਰੀਦ ਲਈ ਹੈ। ਹਾਲਾਂਕਿ ਉੱਥੇ ਖੇਤੀ ਹੋ ਰਹੀ ਹੈ, ਪਰ ਕਿਸਾਨਾਂ ਨੂੰ ਮੁਜਾਰੇ ਤੇ ਘਸਿਆਰੇ ਬਣਾ ਦਿੱਤਾ ਗਿਆ। ਉੱਥੇ ਦੇ ਬਹੁਤ ਸਾਰੇ ਕਿਸਾਨਾਂ ਨਾਲ ਮੀਡੀਆ ਆਊਟਲੈਟਸ ਨੇ ਇੰਟਰਵਿਊ ਕੀਤੀ ਆ, ਜਿਹੜੇ ਇਹ ਕਹਿ ਰਹੇ ਨੇ ਕਿ ਜ਼ਮੀਨ ਸਾਡੀ ਹੁੰਦੀ ਸੀ, ਸਾਡੇ ਕੋਲੋਂ ਇਹ ਕਹਿ ਕੇ ਲੈ ਲਏ ਗਏ ਕਿ ਇੱਥੇ ਉਦਯੋਗ ਲੱਗਣਗੇ, ਇੱਥੇ ਆਹ ਬਣੇਗਾ, ਇੱਥੇ ਉਹ ਬਣੇਗਾ। ਬਣਿਆ ਕੁਝ ਨਹੀਂ, ਦੋ ਚਾਰ ਚੀਜ਼ਾਂ ਬਣੀਆਂ। ਜ਼ਮੀਨ ਉਵੇਂ ਦੀ ਉਵੇਂ ਪਈ ਆ, ਪਰ ਸਾਡੇ ਕੋਲੋਂ ਮਾਲਕਾਨਾ ਹੱਕ ਖੋਹ ਲਿਆ ਤੇ ਸਾਡੀਆਂ ਜ਼ਮੀਨਾਂ ਤੇ ਅਸੀਂ ਆਪ ਖੁਦ ਮਾਮਲੇ ਤੇ ਲੈ ਕੇ, ਠੇਕੇ ਤੇ ਲੈ ਕੇ ਉਹ ਖੇਤੀ ਕਰ ਰਹੇ ਹਾਂ। ਸੋ ਉੱਥੇ ਵੀ ਬਹੁਤ ਸਾਰੀਆਂ ਕੰਪਨੀਆਂ ਹੋਣਗੀਆਂ। ਔਰ ਇਹ ਵੀ ਗੱਲ ਪਤਾ ਹੈ ਕਿ ਕਹਿੰਦੇ ਉਸ ਪਿੰਡ ਦੇ ਵਿੱਚ ਭਾਜਪਾ ਦਾ ਬਹੁਤ ਵੱਡੇ ਪੱਧਰ ਤੇ ਬੋਲਬਾਲਾ ਹੈ। ਸੋ ਕੰਮ ਭਾਜਪਾ, ਅੱਜ ਦੀ ਤਰੀਕ ਦੇ ਵਿੱਚ ਭਾਜਪਾ, ਅੰਬਾਨੀ ਤੇ ਅਡਾਨੀ, ਇਹ ਸਾਡੇ ਮੋਹਰੀ ਹੋ ਸਕਦੇ ਨੇ ਜਿਨ੍ਹਾਂ ਵੱਲ ਨੂੰ ਕਿਸਾਨਾਂ ਦਾ ਨਿਸ਼ਾਨਾ ਹੈ, ਕਿ ਜਿਨ੍ਹਾਂ ਤੇ ਕਿਸਾਨਾਂ ਨੇ ਨਿਸ਼ਾਨੇ ਸਾਧੇ ਹੋਏ ਨੇ ਕਿ ਇਹੀ ਸਾਡੇ ਦੁਸ਼ਮਣ ਨੇ। ਪਰ ਗੱਲ ਬੜੀ ਪੁਰਾਣੀ ਹੈ। ਉਹ ਪੁਰਾਣੀਆਂ ਸਰਕਾਰਾਂ ਭਾਰਤ ਦੀਆਂ ਤੇ ਹੋਰ ਕੰਪਨੀਆਂ ਜਿਨ੍ਹਾਂ ਦੇ ਨਾਮ ਨਹੀਂ ਮੈਂ ਇਸ ਸਟੇਜ ਤੋਂ ਇੱਕ ਪੱਖਪਾਤ ਹੋਵੇਗਾ ਅਗਰ ਮੈਂ ਨਾਮ ਲਵਾਂ, ਤੇ ਬਹੁਤ ਸਾਰੀਆਂ ਕੰਪਨੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਪਲਾਂਟ ਲਾਏ, ਇਹ ਕਹਿ ਕੇ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ ਤੇ ਕਿਸਾਨਾਂ ਤੋਂ ਪ੍ਰੋਡਕਟ ਉਹਨਾਂ ਦੇ ਖਰੀਦਿਆ ਕਰਾਂਗੇ। ਪਰ ਉਹ ਕੰਪਨੀਆਂ ਨੇ ਕਿਸਾਨਾਂ ਦੇ ਪ੍ਰੋਡਕਟ ਤਾਂ 2-4 ਸਾਲਾਂ ਦੇ ਵੀ ਖਰੀਦਣੇ ਬੰਦ ਕਰ ਦਿੱਤੇ ਤੇ ਆਪਣੇ ਬਿਜ਼ਨਸ ਉਹਨਾਂ ਨੇ ਚੰਗੀ ਤਰ੍ਹਾਂ ਸਥਾਪਿਤ ਕਰ ਲਏ ਤੇ ਕਿਸਾਨ ਉਵੇਂ ਸੜਕਾਂ ਤੇ ਬੈਠੇ ਹੋਏ ਨੇ, ਤੁਸੀਂ ਦੇਖ ਰਹੇ ਹੋ। ਸੋ ਗੱਲ ਮੀਡੀਆ ਵੱਲੋਂ, ਅਖਬਾਰਾਂ ਵੱਲੋਂ ਇਸ਼ਤਿਹਾਰ ਲਾਉਣ ਦੀ ਸੀ। ਮੈਂ ਸਮਝਦਾ ਕਿ ਮੀਡੀਆ ਨੂੰ ਥੋੜ੍ਹੀ ਜਿਹੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਪਰ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਪਏਗੀ ਕਿ ਇਕੱਲਾ ਮੀਡੀਆ ਕੁਝ ਨਹੀਂ ਹੈ, ਲੋਕ ਲਹਿਰ ਹੀ ਸਭ ਕੁਝ ਹੈ, ਨਾ ਕੋਈ ਸਰਕਾਰ ਨਾ ਕੋਈ ਕੰਪਨੀ। ਇਸ ਗੱਲ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਤੋਂ ਜਾਂ ਇੱਕ ਲੋਕ ਲਹਿਰ ਤੋਂ ਜਾਂ ਕ੍ਰਾਂਤੀ ਤੋਂ ਅੱਗੇ ਨਹੀਂ ਹੋ ਸਕਦੀ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ 2-3 ਧਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਤੇ ਸਾਨੂੰ ਵੱਡੇ
ਪੱਧਰ ਤੇ ਜਿਹੜੀ ਸੋਚ ਹੈ ਉਸ ਵੱਲ ਨੂੰ ਵੇਖਣਾ ਚਾਹੀਦਾ। ਇਸ ਵੇਲੇ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗਰੇਵਾਲ ਜੀ, ਮੈਂ ਤੁਹਾਨੂੰ ਇੱਕ ਅਗਲਾ ਸਵਾਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਟਰਾਲੀ ਟਾਈਮਸ ਦਿੱਲੀ ਦੇ ਵਿੱਚ ਅਖਬਾਰ ਸ਼ੁਰੂ ਕੀਤਾ ਗਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਜੋ ਬਦਨਾਮ ਕਰਨ ਦੀਆਂ ਸਰਕਾਰ ਦੀਆਂ ਨੀਤੀਆਂ ਨੇ ਅੰਦੋਲਨ ਨੂੰ, ਉਸ ਤੋਂ ਦੂਰ ਰੱਖਿਆ ਜਾਵੇ, ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਉਸ ਤੋਂ ਦੂਰ ਰੱਖਿਆ ਜਾਵੇ। ਇਸ ਕਰਕੇ ਉਹਨਾਂ ਨੇ ਆਪਣਾ ਇੱਕ ਅਖਬਾਰ ਸ਼ੁਰੂ ਕੀਤਾ ਹੈ, ਆਪਣੀਆਂ ਨੀਤੀਆਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਨ ਲਈ ਉਹ ਅਖਬਾਰ ਸ਼ੁਰੂ ਕੀਤਾ ਹੈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਇਹ ਅਖਬਾਰ ਸ਼ੁਰੂ ਕੀਤਾ ਹੈ ਟਰਾਲੀ ਟਾਈਮਸ ਦਾ, ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਕੋਈ ਸਿਸਟਮ ਨਹੀਂ ਹੈ, ਕੋਈ ਉੱਥੇ ਰਹਿਣ ਦਾ ਪ੍ਰਬੰਧ ਨਹੀਂ ਹੈ, ਕੋਈ ਉੱਥੇ ਬਹੁਤ ਵਧੀਆ ਕਨੈਕਸ਼ਨਸ ਨਹੀਂ ਹੈਗੇ, ਉਸ ਦੇ ਬਾਵਜੂਦ ਉਸ ਥਾਂ ਤੋਂ ਇੱਕ ਅਖਬਾਰ ਸ਼ੁਰੂ ਕੀਤਾ ਹੈ, ਜਿਹੜੀ ਕਿ ਬਹੁਤ ਇੱਕ ਇਤਿਹਾਸਿਕ ਗੱਲ ਹੈ। ਅਤੇ ਉਹਦੇ 'ਚ ਵੱਡੀ ਗੱਲ ਇਹ ਹੈ ਕਿ ਉੱਥੋਂ ਦੀ ਜਿਹੜੀ ਅਸਲੀ ਕਵਰੇਜ ਹੈ, ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਮੀਡੀਆ ਹੈ ਹਿੰਦੁਸਤਾਨ ਦਾ ਉਹ ਵਿਕਾਊ ਹੈ, ਉਹ ਪ੍ਰੋਪਰਲੀ ਉਹਨੂੰ ਸਹੀ ਰਾਹ 'ਤੇ ਕਵਰ ਨਹੀਂ ਕਰ ਰਿਹਾ। ਉਹਦੇ ਲਈ ਜਿਹੜੇ ਉੱਥੇ ਲੋਕ ਬੈਠੇ ਹੈ ਉਹਨਾਂ ਤੱਕ ਸਹੀ ਖਬਰਾਂ ਪਹੁੰਚਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਹੈ, ਬਹੁਤ ਵਧੀਆ ਹੈ, ਇੱਕ ਮੀਡੀਆ ਬਣ ਗਿਆ। ਅਤੇ ਉਹਦੇ 'ਚ ਹੋਰ ਇਸ ਨੂੰ ਹੋਰ ਡਿਵੈਲਪ ਵੀ ਕਰਨ ਦੀ ਲੋੜ ਹੈ ਕਿ ਖਾਸ ਕਰਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਇੱਕ ਤਾਲਮੇਲ ਬਣਦਾ ਹੈ, ਉਹ ਤਾਲਮੇਲ ਕਈ ਵਾਰੀ ਲੋਕਾਂ ਤੱਕ ਪਹੁੰਚਾਉਣ ਦੀ ਬੜੀ ਵੱਡੀ ਕਮੀ ਆ ਰਹੀ ਹੈ। ਅਤੇ ਇਹ ਜਿਹੜਾ ਅਖਬਾਰ ਹੈ, ਜੇ ਸਾਰੀਆਂ ਜਿਹੜੀਆਂ ਪੋਲੀਟੀਕਲ ਉੱਥੇ ਐਗਰੀਕਲਚਰਲ ਪਾਰਟੀਜ਼ ਨੇ ਜਿਹੜੀਆਂ BKU ਅਤੇ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ, ਉਹ ਸਾਰੀਆਂ ਜਿਹੜੀਆਂ ਆਪਣੇ ਆਪਣੇ ਪੁਆਇੰਟ ਆਫ ਵਿਊ, ਖਾਸ ਕਰਕੇ ਜਿਹੜਾ ਜੁਆਇੰਟ ਪੁਆਇੰਟ ਆਫ ਵਿਊ ਹੁੰਦਾ ਹੈ, ਉਹ ਉਸ ਅਖਬਾਰ ਰਾਹੀਂ ਪਹੁੰਚਾਉਣਗੇ ਤਾਂ ਇੱਕ ਤਾਂ ਸਾਰੇ ਲੋਕਾਂ ਨੂੰ ਉਹਦੇ ਬਾਰੇ ਅਵੇਕਨਿੰਗ ਹੋਊਗੀ, ਚੰਗੀ ਤਰ੍ਹਾਂ ਪਤਾ ਲੱਗੂਗਾ। ਅਤੇ ਦੂਸਰਾ, ਜਿਹੜੇ ਕਈ ਸਰਕਾਰੀ ਮੀਡੀਆ ਵੱਲੋਂ ਗਲਤ ਫਹਿਮੀਆਂ ਪਾਈਆਂ ਜਾਂਦੀਆਂ ਨੇ, ਕਦੇ ਉਹ ਕਿਸੇ ਧਰਮ ਦੇ ਨਾਂ 'ਤੇ, ਕਦੇ ਉਹ ਸੋਚ ਦੇ ਨਾਂ 'ਤੇ, ਉਹ ਸਾਰੀਆਂ ਇਹਦੇ ਵਿੱਚੋਂ ਖਤਮ ਹੋਣਗੀਆਂ ਜੇ ਉਹਨੂੰ ਪ੍ਰੋਪਰਲੀ ਯੂਟੀਲਾਈਜ਼ ਕੀਤਾ ਜਾਊਗਾ। ਹਾਲਾਂਕਿ ਇਸ ਵਕਤ ਵੀ ਉਹਦੀ ਜਿਹੜੀ ਕਵਰੇਜ ਹੈ ਉਹ ਫੈਕਟਸ ਬਾਰੇ ਬਹੁਤ ਸੋਹਣੀ ਕਵਰੇਜ ਹੈ ਅਤੇ ਬੜਾ ਅੱਛੀ ਤਰ੍ਹਾਂ ਲੋਕਾਂ ਕੋਲ ਪਹੁੰਚਾਇਆ ਜਾ ਰਿਹਾ ਹੈ, ਪਰ ਇਹਨੂੰ ਥੋੜ੍ਹਾ ਜਿਹਾ ਹੋਰ ਡਿਵੈਲਪ ਕਰਨਗੇ ਤਾਂ ਜਿਹੜਾ ਇਹ ਨੈਸ਼ਨਲ ਮੀਡੀਆ ਵੱਲੋਂ ਗਲਤ ਪ੍ਰਚਾਰ ਹੋ ਰਿਹਾ ਹੈ ਉਹਨੂੰ ਇਹ ਬਹੁਤ ਇੱਕ ਕਿਸਮ ਦਾ ਕੰਟਰਾਡਿਕਟ ਕਰਕੇ ਸਹੀ ਪਿਕਚਰ ਜਿਹੜੀ ਹੈਗੀ ਉਹ ਲੋਕਾਂ ਤੱਕ ਪਹੁੰਚੂਗੀ। ਦੂਸਰਾ, ਇਹਨੂੰ ਚੱਕ ਕੇ, ਇਹਦੇ ਵਿੱਚੋਂ ਖਬਰਾਂ ਚੱਕ ਕੇ ਜਿਹੜਾ ਹੋਰ ਮੀਡੀਆ ਸਹੀ ਚੱਲਦਾ ਜਾਂ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਹੈ, ਉਹਨਾਂ ਦੇ ਲਈ ਵੀ ਇੱਕ ਐਗਜ਼ੈਕਟ ਸੋਰਸ ਆਫ ਇਨਫੋਰਮੇਸ਼ਨ ਜਿਹੜਾ ਐਨ ਸਿਰੇ ਤੋਂ ਆਉਂਦਾ ਹੈਗਾ ਵਿੱਚੋਂ, ਉਹ ਮਿਲਣ ਦੇ ਲਈ ਵੀ ਇੱਕ ਬਹੁਤ ਇਹ ਵੱਡਾ ਇੱਕ ਕਾਰਗਰ ਚੀਜ਼ ਸਾਬਤ ਹੋ ਸਕਦੀ ਹੈ। ਮੇਰਾ ਖਿਆਲ ਹੈ ਕਿ ਇਹਦੇ ਵਿੱਚ ਸੁਲੀਨ ਜੀ ਇਹ ਵੀ ਹੈ ਕਿ ਇਸ ਨੂੰ ਸ਼ੁਰੂ ਕਰਨ ਦੇ ਪਿੱਛੇ, ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ, ਮਕਸਦ ਹੀ ਇਹੋ ਸੀ ਕਿ ਜੋ ਮਿਸ ਇਨਫੋਰਮੇਸ਼ਨ ਜਿਹੜੀ ਹੈ ਉੱਥੇ ਦੇ ਕਿਸਾਨਾਂ ਦੇ ਬਾਰੇ ਕਿ ਗਏ ਹੋਏ ਨੇ ਤਾਂ ਕਿਸਾਨ ਲੱਗਦੇ ਨਹੀਂ ਦੇਖਣ ਨੂੰ, ਇਹਨਾਂ ਕੋਲ ਵੱਡੇ ਵੱਡੇ ਟਰੈਕਟਰ ਨੇ, ਇਹਨਾਂ ਕੋਲ ਵੱਡੇ ਫੋਨ ਨੇ, ਇਹ ਤੇ ਖਾਣੇ, ਸ਼ਾਹੀ ਖਾਣੇ ਖਾ ਰਹੇ ਨੇ ਤੇ ਬੜੀ ਸੇਵਾ ਹੋ ਰਹੀ ਹੈ, ਇਹਨਾਂ ਕੋਲ ਫੰਡਿੰਗ ਕਿੱਥੋਂ ਆ ਰਹੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਲੋਕਾਂ ਤੱਕ ਸੱਚ ਪਹੁੰਚਣਾ ਜ਼ਰੂਰੀ ਵੀ ਸੀ। ਉਹ ਸ਼ੁਰੂ ਕੀਤੀ ਗਈ ਅਖਬਾਰ, ਸੋ ਸਲੂਟ ਹੈ ਉਹਨਾਂ ਬੰਦਿਆਂ ਨੂੰ, ਉਹਨਾਂ ਨੂੰ ਸੋਚ ਨੂੰ, ਔਰ ਬੜੀ ਵਧੀਆ ਗੱਲ ਹੈ ਜੀ। ਗਰੇਵਾਲ ਸਾਹਿਬ, ਚਾਹੇ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਬਹੁਤ ਕੋਸ਼ਿਸ਼ਾਂ ਕਰ ਰਹੀਆਂ ਨੇ, ਪਰ ਦੂਜੇ ਪਾਸੇ ਸਰਕਾਰਾਂ ਵੀ ਤੇ ਪੱਬਾਂ ਭਰ ਹੋਈਆਂ ਬੈਠੀਆਂ ਨੇ। ਕੱਲ ਕਿਸਾਨ ਜਥੇਬੰਦੀਆਂ ਦਾ ਇੱਕ ਫੇਸਬੁੱਕ ਪੇਜ ਆ ਉਹ ਬੰਦ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਤੋਂ ਉਹਨੂੰ ਬਹਾਲ ਕਰ ਦਿੱਤਾ ਗਿਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਰਕਾਰ ਦਾ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਇਸ ਅੰਦੋਲਨ ਨੂੰ ਕਾਮਯਾਬ ਨਹੀਂ ਹੋਣ ਦੇਣਾ, ਕਿਉਂਕਿ ਉਹ ਬੜੇ ਸਪਸ਼ਟ ਤੌਰ 'ਤੇ, ਜਿਵੇਂ ਸ਼ੁਰੂ ਤੋਂ ਹੀ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੈ ਉਹ ਕੁਝ ਚੰਦ ਇੱਕ ਘਰਾਣੇ, ਜਿਹੜੇ ਚਾਹੇ ਤਾਂ ਹਿੰਦੁਸਤਾਨ ਦੇ ਲੈ ਲਓ ਤੁਸੀਂ ਘਰਾਣੇ ਜਿਹੜੇ ਕਾਰਪੋਰੇਟ ਨੇ, ਜਾਂ ਦੂਜੇ ਪਾਸੇ ਚਾਹੇ ਉਹਨੂੰ ਤੁਸੀਂ WTO ਦੇ ਪ੍ਰੈਸ਼ਰ ਥੱਲੇ ਸਮਝ ਲਓ ਜਾਂ ਕਿਵੇਂ ਵੀ, ਦੁਨੀਆ ਭਰ ਦੇ ਜਿਹੜੇ ਕਾਰਪੋਰੇਟ ਹਾਊਸਿਸ ਨੇ ਉਹਨਾਂ ਦੀ ਮਦਦ ਕਰਦੀ ਹੈ। ਕਿਸਾਨਾਂ ਨੂੰ ਜਾਂ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਇਹਨਾਂ ਨੇ ਬਿਲਕੁਲ ਪਰਵਾਹ ਕਰਨੀ ਛੱਡੀ ਹੋਈ ਹੈ। ਹੁਣ ਜਿਹੜੇ ਹੈਗੇ ਇਹਨਾਂ ਨੇ ਪੂਰੇ ਉਪਰਾਲੇ ਸ਼ੁਰੂ ਕੀਤੇ ਹੋਏ ਆ ਵੀ ਇਸ ਮੂਵਮੈਂਟ ਨੂੰ ਅਸੀਂ ਖ਼ਤਮ ਕਰਨਾ ਹੈ। ਉਹਦੇ ਵਿੱਚ ਕਈ ਤਰੀਕੇ ਇਹਨਾਂ ਨੇ ਵਰਤਣੇ ਸ਼ੁਰੂ ਕੀਤੇ ਹੋਏ ਆ, ਜਿਵੇਂ ਹਰ ਚੀਜ਼ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਏਜੰਸੀਜ਼ ਨੇ ਉਹਨਾਂ ਨੂੰ ਇਹ ਵਰਤਦੇ ਆਏ ਆ। ਇਸ ਅੰਦੋਲਨ ਨੂੰ ਵੀ ਦਬਾਉਣ ਦੇ ਲਈ ਸਾਰੀਆਂ ਏਜੰਸੀਜ਼ ਇਹਨਾਂ ਨੇ ਵਰਤਣੀਆਂ ਸ਼ੁਰੂ ਕਰਤੀਆਂ। ਆ ਤੁਸੀਂ ਦੇਖਿਆ ਹੋਣਾ ਕਿ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜੇ ਆੜ੍ਹਤੀਏ ਉੱਥੇ ਕਿਸਾਨਾਂ ਦੀ ਮਦਦ ਲਈ ਪਹੁੰਚੇ ਹੋਏ ਸੀਗੇ, ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਸੀਗੇ, ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਉਹਨਾਂ ਦੇ ਉੱਤੇ ਰੇਡਸ ਵੀ ਸ਼ੁਰੂ ਕਰਤੇ ਗਏ ਆ। ਤਕਰੀਬਨ 6-7 ਤੇ ਤਾਂ ਸਿੱਧੇ ਰੇਡਸ ਹੀ ਪਏ ਆ, ਅਤੇ 16 ਇਹੋ ਜਿਹੇ ਆੜ੍ਹਤੀਏ ਹੈ ਜਿਹੜੇ ਉੱਥੇ ਗਏ ਸੀ, ਉਹਨਾਂ ਨੂੰ ਆਈਆਂ ਨੇ
ਇਹਦੇ ਇੱਕ ਕਿਸਮ ਦੇ ਨੋਟਿਸ ਆਏ ਨੇ ਕਿ ਉਹ ਰਿਪੋਰਟ ਕਰਨ। ਇਹ ਬੇਸਿਕਲੀ ਸਾਰਾ ਇਹਨਾਂ ਨੂੰ ਦਬਾਉਣ ਦੇ ਲਈ ਹੈ। ਫਿਰ ਈਵਨ ਸੰਗਰੂਰ ਦੇ ਵਿੱਚ ਤਾਂ ਜਿਹੜੇ ਟੈਂਟ ਹਾਊਸਿਸ ਜਾਂ ਹੋਰ ਸਮਾਨ ਸਪਲਾਈ ਕਰਨ ਵਾਲੇ ਆ, ਉਹਨਾਂ ਨੂੰ ਵੀ ਇਨਸਟਰਕਸ਼ਨਸ ਗਈਆਂ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਜਿਹੜੇ ਕਿਸਾਨ ਅੰਦੋਲਨ ਦੇ ਲਈ ਕੋਈ ਵੀ ਬੰਦਾ ਇੱਥੇ ਸਪੋਰਟ ਦੇ ਵਿੱਚ ਕੋਈ ਐਜੀਟੇਸ਼ਨ ਕਰਦੇ ਆ, ਉਹਨਾਂ ਨੂੰ ਸਮਾਨ ਵੀ ਨਾ ਦਿੱਤਾ ਜਾਵੇ। ਇਸ ਲੈਵਲ ਤੱਕ ਘਟੀਆ ਚਾਲਾਂ ਜਿਹੜੀਆਂ ਨੇ ਸਰਕਾਰ ਵੱਲੋਂ ਵਰਤੀਆਂ ਜਾ ਰਹੀਆਂ ਨੇ ਇਸ ਅੰਦੋਲਨ ਨੂੰ ਕ੍ਰਸ਼ ਕਰਨ ਦੇ ਲਈ, ਜਿਹੜੀਆਂ ਕਿ ਕਿਸੇ ਕੀਮਤ 'ਤੇ ਵੀ ਅਸੀਂ ਉਹਨਾਂ ਨੂੰ ਜਾਇਜ਼ ਨਹੀਂ ਠਹਿਰਾ ਸਕਦੇ। ਜਿੱਥੇ ਕਿ ਹੋਣਾ ਤਾਂ ਇਹ ਚਾਹੀਦਾ ਵੀ ਜਿਹੜੀ ਕਿਸਾਨਾਂ ਦੀਆਂ ਸਹੀ ਮੰਗਾਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਸੋਚ ਕੇ ਸਮਝ ਕੇ ਉਹਨਾਂ ਦੇ ਉੱਪਰ ਪ੍ਰੋਪਰ ਐਕਸ਼ਨ ਲਿਆ ਜਾਵੇ, ਪਰ ਇਹਨੂੰ ਫੋਰਸੀਬਲੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਐਡ ਕਰਨਾ ਚਾਹਾਂਗਾ, ਇਹ ਜੋ ਕਿਸਾਨਾਂ ਵੱਲੋਂ ਇੱਕ ਬਣਾਇਆ ਗਿਆ ਪਲੇਟਫਾਰਮ, ਇੱਕ ਸੋਸ਼ਲ ਮੀਡੀਆ ਪਲੇਟਫਾਰਮ ਬਣਾਇਆ ਗਿਆ, ਕੰਪਲੀਟ ਪਲੇਟਫਾਰਮ ਹੈ। ਉਹ ਕਿਸਾਨਾਂ ਨੇ ਇੱਕ IT ਸੈੱਲ ਵੱਖਰਾ ਬਣਾ ਕੇ ਉਹਨਾਂ ਵੱਲੋਂ ਇਹ ਪਲੇਟਫਾਰਮ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਫੇਸਬੁੱਕ ਤੇ ਇੰਸਟਾਗ੍ਰਾਮ, ਕਿਉਂਕਿ ਦੋਵੇਂ ਇੱਕੋ ਕੰਪਨੀ ਦੇ ਮਾਲਕ ਨੇ, ਤੇ ਬਹੁਤ ਸਾਰਿਆਂ ਨੇ ਸਾਡੇ ਵਿੱਚੋਂ ਫੋਟੋ ਦੇਖੀ ਹੋਵੇਗੀ ਜ਼ਕਰਬਰਗ ਦੀ ਤੇ ਨਰਿੰਦਰ ਮੋਦੀ ਜਦੋਂ ਜੱਫੀ ਪਾਈ ਖਲੋਤੇ ਸਨ, ਤੇ ਭਾਵੇਂ ਕਿ ਨਰਿੰਦਰ ਮੋਦੀ ਜੀ ਉਹ ਜ਼ਕਰਬਰਗ ਕੈਮਰੇ ਦੇ ਸਾਹਮਣੇ ਆ ਗਏ ਤੇ ਉਹਨੂੰ ਖਿੱਚ ਕੇ ਪਾਸੇ ਵੀ ਕਰਤਾ ਸੀ। ਸੋ ਇਸ ਤਰ੍ਹਾਂ ਕਰ ਲੈਂਦੇ ਨੇ, ਉਹ ਕਈ ਵਾਰੀ ਕਰਦੇ ਨੇ ਤੇ ਕਈਆਂ ਨਾਲ ਕਰਦੇ ਨੇ। ਸੋ ਉਹ ਅਕਾਊਂਟਸ ਜਿਹੜੇ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਦੋਨੇ ਕੁਝ ਸਮੇਂ ਲਈ ਰੋਕੇ ਗਏ। ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਕਮਿਊਨਿਟੀ ਗਾਈਡਲਾਈਨਸ ਦੇ ਜਿਹੜੇ ਮਾਪਦੰਡ ਨੇ ਸਾਡੇ, ਉਹਨਾਂ ਦੇ ਉੱਪਰ ਤੁਸੀਂ ਖਰੇ ਨਹੀਂ ਉਤਰਦੇ, ਉਹਨਾਂ ਨੂੰ ਹੱਦਾਂ ਤੋਂ ਤੁਸੀਂ ਬਾਹਰ ਜਾ ਰਹੇ ਹੋ, ਤੇ ਇਸ ਕਰਕੇ ਤੁਹਾਨੂੰ ਅਸੀਂ ਬਲੌਕ ਕਰ ਰਹੇ ਹਾਂ, ਰੋਕ ਦਿੱਤੇ ਗਏ। ਪਰ ਉਹ ਕਿਵੇਂ ਦੁਬਾਰਾ ਚਲਾ ਦਿੱਤੇ ਗਏ ਇਸ ਗੱਲ ਦਾ ਸਾਨੂੰ ਕੋਈ ਪਤਾ ਨਹੀਂ। ਜਾਂ IT ਸੈੱਲ ਵਾਲਿਆਂ ਨੇ ਅਪਰੋਚ ਕੀਤੀ ਹੈ, ਜਾਂ ਕਿਸੇ ਹੋਰ ਨੇ ਅਪਰੋਚ ਕੀਤੀ ਹੈ, ਤੇ ਜਾਂ ਕੋਈ ਅਮਰੀਕਨ ਸਰਕਾਰ ਦਾ ਹੁਕਮ ਆਇਆ, ਕਿਉਂਕਿ ਸਾਰਾ ਕੰਟਰੋਲ ਤਾਂ ਉੱਥੇ ਹੈ। ਸੋ ਉਹਨਾਂ ਨੇ ਸਾਰਾ ਕੁਝ ਜਿਹੜਾ ਹੈ ਉਹ ਉਸ ਤੋਂ ਬਾਅਦ ਉਹ ਚਾਲੂ ਕੀਤਾ। ਪਰ ਸਰਕਾਰ ਵੱਲੋਂ, ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮੀਡੀਆ ਦੇ ਥਰੂ। ਉਹ ਜਿਹੜਾ ਗੋਦੀ ਮੀਡੀਆ ਦੇ ਥਰੂ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਫੈਲਾਉਣ ਦਾ ਯਤਨ ਕੀਤਾ, ਔਰ ਉਹਨਾਂ ਲੋਕਾਂ ਦੇ ਬਿਆਨ ਜੋ ਸਿੱਧੇ ਕਿਸਾਨ ਅੰਦੋਲਨ ਨੂੰ ਡੀਰੇਲ ਕਰ ਸਕਦੇ ਸਨ, ਉਹਨਾਂ ਦੇ ਬਿਆਨਾਂ ਨੂੰ ਪ੍ਰਮੁਖਤਾ ਨਾਲ ਦਿਖਾਇਆ ਗਿਆ, ਛਾਪਿਆ ਗਿਆ। ਔਰ ਇਹਨਾਂ ਲੋਕਾਂ ਦੇ ਵਿੱਚ ਅਜਿਹੇ ਕੋਈ ਪਾਰਟੀ ਦੇ ਮੈਂਬਰਾਂ, ਲੋਕ, ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਦੇ ਸਹਿਯੋਗੀ ਪਾਰਟੀਆਂ ਦੇ ਕੋਈ ਮੰਤਰੀ, ਕੋਈ ਕੁਛ ਕਿਸੇ ਹੋਰ ਸਮੂਹ ਗਰੁੱਪ ਦੇ ਵਿੱਚੋਂ ਕੋਈ ਬੰਦੇ ਜਿਹੜੇ ਅਜਿਹਾ ਸੋਚਦੇ ਸਨ ਕਿ ਕਿਸਾਨਾਂ ਦੇ ਵਿੱਚ ਅੱਤਵਾਦੀ ਹੈ, ਇਹ ਵੱਖਵਾਦੀ ਨੇ, ਇਹ ਖਾਲਿਸਤਾਨੀ ਨੇ, ਇਹ ਤੇ ਪਤਾ ਨਹੀਂ ਕੌਣ ਲੋਕ ਨੇ, ਇਹਨਾਂ ਨੂੰ ਪੈਸਾ ਕਿੱਥੋਂ ਆ ਰਿਹਾ, ਇਹੋ ਜਿਹੇ ਲੋਕ ਜੁੜੇ ਹੋਏ ਸੀ। ਸੋ ਮੈਂ ਸਮਝਦਾ ਕਿ ਇਹ ਸਾਰਾ ਇੱਕੋ ਕੜੀ ਦੇ ਵਿੱਚ ਚੱਲ ਰਿਹਾ। ਸਰਕਾਰੀ ਕੋਸ਼ਿਸ਼ਾਂ ਦੀ ਹੀ ਅਸੀਂ ਗੱਲ ਕਰ ਰਹੇ ਕਿ ਉਹ ਕੀ ਕਰ ਰਹੀਆਂ ਨੇ, ਤੇ ਉਸੇ ਕੜੀ ਦੇ ਵਿੱਚ ਇਹ ਬੰਦ ਵੀ ਜਿਹੜਾ ਹੋਇਆ ਤੇ ਦੁਬਾਰਾ ਚੱਲਿਆ, ਇਹ ਚੰਗੀ ਗੱਲ ਹੈ, ਚੱਲ ਪਿਆ। ਪਰ ਮੈਂ ਸਮਝਦਾ ਕਿ ਮਾੜੀ ਗੱਲ ਸੀ, ਇਸ ਤਰ੍ਹਾਂ ਬੰਦ ਵੀ ਨਹੀਂ ਸੀ ਹੋਣਾ ਚਾਹੀਦਾ, ਬਿਲਕੁਲ ਨਹੀਂ ਕਰਨਾ ਚਾਹੀਦਾ ਸੀ। ਗਰੇਵਾਲ ਸਾਹਿਬ, ਮੈਂ ਜਿਵੇਂ ਤੁਸੀਂ ਹੁਣੇ ਹੀ ਕਿਹਾ ਕਿ ਸਰਕਾਰ ਜਿਹੜੀ ਆ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਇਹ ਜਿਹੜਾ ਅੰਦੋਲਨ ਆ ਤਾਰ-ਪੀਟੋ ਹੋ ਜਾਏ, ਤੇ ਕਿਸਾਨਾਂ ਦੇ ਨਾਲ ਲੁਕਣ ਮੀਟੀ ਵੀ ਕਿਤੇ ਨਾ ਕਿਤੇ ਖੇਡ ਰਹੀ ਹੈ। ਕਦੇ ਗੱਲਬਾਤ ਦਾ ਸੱਦਾ ਦਿੰਦੀ ਆ, ਫਿਰ ਉਹਨਾਂ ਨਾਲ ਗੱਲਬਾਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਨਦੀ ਵੀ ਨਹੀਂ ਹੈ। ਤੇ ਖਬਰਾਂ ਅੱਜ ਫਿਰ ਆਈਆਂ ਨੇ ਕਿ ਸਰਕਾਰ ਨੇ ਕਿਸਾਨਾਂ ਨੂੰ ਫਿਰ ਗੱਲਬਾਤ ਦਾ ਸੱਦਾ ਦਿੱਤਾ ਹੈ। ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਜਿਹੜਾ ਹੁਣ ਤੱਕ ਦਾ ਸਰਕਾਰ ਦਾ ਰਵੱਈਆ ਹੈ ਉਹ ਬੜਾ ਸਪਸ਼ਟ ਹੈ ਕਿ ਉਹ ਹੱਲ ਕੱਢਣ ਦੇ ਵਿੱਚ ਇੰਟਰਸਟਿਡ ਨਹੀਂ ਹੈਗੇ। ਉਹ ਸਿਰਫ ਡਿਲੇਇੰਗ ਟੈਕਟਿਕਸ ਵਰਤ ਰਹੇ ਆ। ਮੀਟਿੰਗ ਬੁਲਾ ਲੈਂਦੇ ਆ, ਮੀਟਿੰਗ ਦੇ ਵਿੱਚ ਕਿਸਾਨਾਂ ਦੀ ਗੱਲ ਨੂੰ ਸੁਣ ਕੇ ਉਹਦੇ 'ਤੇ ਕੋਈ ਅਸਰ ਕਰਨ ਦੇ ਥਾਂ 'ਤੇ ਉਲਟਾ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਇਹ ਲਾਜ਼ ਬਣਾਏ ਹੋਏ ਆ ਤਿੰਨੇ, ਇਹ ਬੇਸਿਕਲੀ ਕਿਸਾਨਾਂ ਦੇ ਹੱਕ 'ਚ ਨੇ, ਕੀ ਇਹਦੇ ਫਾਇਦੇ ਨੇ, ਉਸ ਕਿਸਮ ਦਾ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਕਦੇ ਨਹੀਂ ਸੋਚ ਰਹੇ ਵੀ ਜਿਹੜੇ ਕਿਸਾਨ ਨੇ, ਕੀ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਕਿ ਇਹ ਕਾਨੂੰਨ ਸਾਡੇ ਹੱਕ ਦੇ ਨੇ ਕਿ ਸਾਡੇ ਉਲਟ ਨੇ। ਜੇ ਇੰਨੇ ਲੱਖਾਂ ਦੇ ਵਿੱਚ ਕਿਸਾਨ ਉੱਥੇ ਆ ਕੇ ਬੈਠੇ ਆ, ਆਪਣਾ ਘਰ-ਬਾਰ ਛੱਡ ਕੇ ਆਪਣੀ ਠੰਡ ਦੇ ਵਿੱਚ ਬੈਠੇ ਆ, ਤਾਂ ਉਹਦਾ ਕਾਰਨ ਹੈ। ਤੇ ਇਹਦਾ ਹੱਲ ਇੱਕੋ ਇੱਕ ਹੈ। ਸਰਕਾਰ ਨੂੰ ਇਹ ਬੜਾ ਕਲੀਅਰ ਹੋ ਜਾਣਾ ਚਾਹੀਦਾ ਕਿ ਇਹਦੇ 'ਚ ਕੋਈ ਸੁਝਾਅ ਨਹੀਂ ਦੇਣ ਦੀ ਲੋੜ, ਕੋਈ ਉਹਨਾਂ ਨੂੰ ਇਹਦੇ 'ਚ ਅਮੈਂਡਮੈਂਟਸ ਦੀ ਜਾਂ ਕਿਸੇ ਦੀ ਗੱਲ ਕਰਨ ਦੀ ਲੋੜ ਨਹੀਂ। ਸਰਕਾਰ ਨੂੰ ਕਲੀਅਰ ਹੋਣਾ ਚਾਹੀਦਾ ਕਿ ਕਿਸਾਨ ਜਿਹੜੀ ਗੱਲ ਕਹਿ ਰਹੇ ਆ ਕਿ ਇਹ ਰੱਦ ਹੋਣੇ ਚਾਹੀਦੇ ਆ। ਸਰਕਾਰ ਨੂੰ ਇਸ ਚੀਜ਼ ਦੇ ਲਈ ਕਲੀਅਰ ਹੋਣ ਦੀ ਲੋੜ ਹੈ ਕਿ ਇਹ ਗਲਤ ਕਾਨੂੰਨ ਬਣ ਚੁੱਕੇ ਆ, ਚਾਹੇ ਉਹਦੇ ਬਣਨ ਦਾ ਕਾਰਨ ਕੋਈ ਵੀ ਹੋਵੇ। ਤੇ ਜੇ ਇੱਕ ਗਲਤੀ ਹੋ ਚੁੱਕੀ ਹੈ ਤਾਂ ਉਹਦਾ ਸੁਧਾਰ ਲੈਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਜੇ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਜ਼ਿੱਦ ਕਰਕੇ, ਆਪਣੀ ਜ਼ਿੱਦ ਪੁਗਾ ਕੇ ਇਹ ਸਾਡੀ ਜਿੱਤ ਹੈ, ਤਾਂ ਇਹਨਾਂ ਦੀ ਗਲਤ ਸੋਚ ਹੈ। ਕਿਉਂਕਿ ਇਹ ਦੁਨੀਆ ਦੇ ਵਿੱਚ ਇੱਕ ਮੰਨੀ ਹੋਈ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਜਿੱਤ ਕਦੇ ਵੀ ਆਪਣੀ ਜਿੱਦ ਪੁਗਾਉਣ 'ਚ ਨਹੀਂ ਹੁੰਦੀ। ਜਿੱਤ ਸਰਕਾਰ ਦੀ ਜਾਂ ਦੇਸ਼ ਦੀ ਤਾਂ ਹੁੰਦੀ ਹੈ ਜੇ ਉੱਥੋਂ ਦੇ ਲੋਕਾਂ ਦੀ ਜਿੱਤ ਹੋਵੇ, ਉਹਨਾਂ ਦੇ ਮਨ ਸ਼ਾਂਤ ਹੋਣ, ਉਹਨਾਂ ਨੂੰ ਲੱਗੇ ਕਿ ਹਾਂ ਸਾਡੀ ਜਿਹੜੀ ਸਹੀ ਮੰਗ ਸੀਗੀ
ਉਹ ਸਰਕਾਰ ਵੱਲੋਂ ਮੰਨ ਲਈ ਗਈ ਹੈ। ਤਾਂ ਹੀ ਉਹ ਲੋਕ ਸਹਿਰਦਤਾ ਦੇ ਨਾਲ ਆਪਣੇ ਦੇਸ਼ ਦੇ ਭਲੇ ਦੇ ਲਈ ਸੋਚਦੇ ਆ ਤੇ ਉਸ ਦੇਸ਼ ਨੂੰ ਅੱਗੇ ਤੋਰਨ ਦੇ ਲਈ ਉਹ ਕੋਸ਼ਿਸ਼ਾਂ ਕਰਦੇ ਆ। ਤੇ ਜੇ ਜ਼ਬਰਦਸਤੀ ਉਹਨਾਂ ਦੀਆਂ ਗੱਲਾਂ ਨੂੰ ਸਹੀਆਂ ਨੂੰ ਵੀ ਨਕਾਰ ਕੇ ਸਿਰਫ ਸਰਕਾਰ ਆਪਣੀ ਜਿੱਦ ਪੂਰੀ ਕਰਦੀ ਹੈ ਤਾਂ ਲੋਕਾਂ ਦੇ ਜਿਹੜੇ ਦੇਸ਼ ਪ੍ਰਤੀ ਸੋਚ ਹੈ ਉਹ ਚਾਹੇ ਨਾ ਚਾਹੁੰਦੇ ਹੋਣ ਤਾਂ ਵੀ ਉਹ ਕਦੇ ਨਾ ਕਦੇ ਨਕਾਰਾਤਮਕ ਹੋ ਜਾਂਦੀ ਹੈ। ਇਸ ਲਈ ਸਰਕਾਰ ਨੂੰ ਇਸ ਰਵੱਈਏ ਨੂੰ ਬਦਲਣ ਦੀ ਲੋੜ ਹੈ। ਟਾਲ ਮਟੋਲ ਦਾ ਜਿਹੜਾ ਸਿਸਟਮ ਹੈ ਇਸ ਨੂੰ ਖਤਮ ਕਰਨ ਦੀ ਲੋੜ ਹੈ ਤੇ ਉਹਨਾਂ ਨੂੰ ਇਹ ਫਾਈਨਲ ਕਰਨ ਦੀ ਲੋੜ ਹੈ ਕਿ ਇਹ ਕਾਨੂੰਨਾਂ ਨੂੰ ਉਹ ਰੱਦ ਕਰਨ। ਕਿਸਾਨ ਅੰਦੋਲਨ ਦੇ ਮੁੱਦੇ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗਰੇਵਾਲ ਸਾਹਿਬ, ਜਿਵੇਂ ਤੁਸੀਂ ਹੁਣੇ ਹੀ ਗੱਲ ਕਰ ਰਹੇ ਸੀ ਕਿ ਸਰਕਾਰ ਦੇ ਅੜੀਅਲ ਵਤੀਰੇ ਦੀ, ਕਿ ਸਰਕਾਰਾਂ ਅੜੀਆਂ ਹੋਈਆਂ ਨੇ, ਪਰ ਪੰਜਾਬ ਦੇ ਜਿਹੜੇ ਭਾਜਪਾ ਦੇ ਇੱਕ ਆਗੂ ਨੇ ਪਿੱਛੇ ਜੇ ਬਿਆਨ ਦਿੱਤਾ ਹੈ, ਥੋੜੇ ਕੁ ਦਿਨ ਹੋਏ ਨੇ, ਜੋ ਸਰਕਾਰ ਨੇ ਮੰਨਣਾ ਸੀ ਸਰਕਾਰ ਮੰਨ ਚੁੱਕੀ ਹੈ, ਪਰ ਕਿਸਾਨ ਯੈਸ ਔਰ ਨੋ ਤੇ ਅੜੇ ਹੋਏ ਨੇ। ਯੈਸ ਔਰ ਨੋ ਵਾਲੀ ਕੋਈ ਗੱਲ ਨਹੀਂ ਆ, ਜੋ ਅਸੀਂ ਮੰਨਣਾ ਸੀ ਮੰਨ ਚੁੱਕੇ ਹਾਂ, ਜੋ ਅਸੀਂ ਕਰਨਾ ਸੀ ਕਰ ਚੁੱਕੇ ਹਾਂ, ਇਸ ਤੋਂ ਅੱਗੇ ਤੁਸੀਂ ਗੱਲ ਕਰਨੀ ਹੈ ਕਰੋ, ਨਹੀਂ ਕਰਨੀ ਨਾ ਕਰੋ। ਇਸ ਤਰ੍ਹਾਂ ਦਾ ਅੜੀਅਲ ਵਤੀਰਾ ਹੈ ਭਾਜਪਾ ਦੇ ਆਗੂਆਂ ਦਾ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਅੜੀਅਲ ਵਤੀਰਾ ਤਾਂ ਹੈ ਜੀ, ਪਰ ਜੇ ਇਹਨੂੰ ਸਹੀ ਦੇਖੀਏ ਤਾਂ ਅੜੀ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਹੈ ਜੀ, ਤੇ ਬਿਨਾਂ ਕਾਰਨ ਤੋਂ ਅੜੀ ਕਰਨੀ ਕਦੇ ਵੀ ਚੰਗੀ ਨਹੀਂ ਹੁੰਦੀ। ਜਿਹੜਾ ਕਿਸਾਨਾਂ ਦਾ ਯੈਸ ਔਰ ਨੋ ਵਾਲੀ ਗੱਲ ਤੇ ਖੜੇ ਹੋਣਾ ਉਹ ਕਾਫੀ ਜਾਇਜ਼ ਹੈ, ਕਿਉਂਕਿ ਇਹਦੇ ਜਿਵੇਂ ਇੱਕ ਪੁਰਾਣੀ ਕਹਾਵਤ ਅਸੀਂ ਕਹਿੰਦੇ ਹੁੰਦੇ ਆ ਕਿ ਗੱਲ ਸ਼ਹੇ ਦੀ ਨਹੀਂ, ਗੱਲ ਪਹੇ ਦੀ ਹੈ। ਜੇ ਅੱਜ ਇੱਕ ਸ਼ਹਾ ਖੇਤ ਦੇ ਵਿੱਚ ਦੀ ਲੰਘ ਜਾਵੇ ਤਾਂ ਖੇਤ ਦਾ ਕੁਝ ਨਹੀਂ ਵਿਗੜਦਾ, ਪਰ ਉਹਦੇ ਮਗਰ ਸ਼ਿਕਾਰੀ ਕੁੱਤੇ ਆਉਂਦੇ ਆ, ਉਹਦੇ ਮਗਰ ਫਿਰ ਸ਼ਿਕਾਰੀ ਆਉਂਦੇ ਆ ਤੇ ਖੇਤ ਦੇ ਵਿੱਚ ਦੀ ਇੱਕ ਪਹਾ ਬਣ ਜਾਂਦਾ। ਉਹ ਜਿਵੇਂ ਜੱਟ ਆਮ ਤੌਰ ਤੇ ਸ਼ਹੇ ਤੋਂ ਲੰਘਣ ਤੋਂ ਰੋਕਦੇ ਆ, ਉਹੀ ਇਹ ਗੱਲ ਹੈ। ਜੇ ਅੱਜ ਇਹ ਕਾਨੂੰਨ ਇਹ ਮੰਨ ਲੈਂਦੇ ਆ ਕਿ ਇਹਨੂੰ ਮਾੜੀਆਂ ਮੋਟੀਆਂ ਅਮੈਂਡਮੈਂਟਸ ਕਰਕੇ ਰੱਖ ਲਓ ਤਾਂ ਇਹਦੇ ਨਾਲ ਇੱਕ ਬੇਸਿਕ ਗੱਲ ਹੈ ਜਿਹੜੀ ਉਹਨੂੰ ਸੱਟ ਲੱਗਦੀ ਹੈ। ਕਿਉਂਕਿ ਅੱਜ ਸਾਨੂੰ ਇੱਕ ਗੱਲ ਮੰਨਣੀ ਪੈਂਦੀ ਹੈ, ਚਾਹੇ ਸਾਡੀ ਸਰਕਾਰ, ਕੇਂਦਰੀ ਸਰਕਾਰ ਉਸ ਗੱਲ ਨੂੰ ਨਹੀਂ ਮੰਨਦੀ, ਕਿ ਜੇ ਹਿੰਦੁਸਤਾਨ ਨੇ ਤਰੱਕੀ ਕਰਨੀ ਹੈ, ਚਾਹੇ ਉਹ ਐਗਰੀਕਲਚਰ ਦੇ ਵਿੱਚ ਹੈ, ਚਾਹੇ ਉਹ ਇੰਡਸਟਰੀ ਦੇ ਵਿੱਚ ਹੈ, ਚਾਹੇ ਉਹ ਸਾਡੇ ਸੋਸ਼ਲ ਸਿਸਟਮ ਦੇ ਵਿੱਚ ਹੈ, ਚਾਹੇ ਸਾਡੀ ਇਕਨੋਮੀ ਦੇ ਵਿੱਚ ਹੈ, ਤਾਂ ਉਹਦਾ ਹੱਲ ਇੱਕੋ ਇੱਕ ਹੈ ਕਿ ਸਾਨੂੰ ਫੈਡਰਲ ਸਟਰਕਚਰ ਜਿਹੜਾ ਸਾਡੇ ਮੁਲਕ ਦਾ ਹੈਗਾ ਉਹਨੂੰ ਮਜ਼ਬੂਤ ਕਰਨਾ ਪਊਗਾ। ਸਟੇਟਾਂ ਦੇ ਕੋਲੇ ਵੱਧ ਅਧਿਕਾਰ ਹੋਣੇ ਪੈਣਗੇ, ਉਹਨਾਂ ਦੇ ਹਿਸਾਬ ਨਾਲ ਉਹਦੀ ਜਿਹੜੀ ਪ੍ਰੋਗਰੈਸ ਹੈ ਉਹ ਆਪਣੀ ਨੂੰ ਮੇਨਟੇਨ ਕਰ ਸਕਣਗੇ। ਪਰ ਜਿਹੜਾ ਇਹ ਕਾਨੂੰਨ ਹੈ ਇਹ ਸ਼ਰੇਆਮ ਫੈਡਰਲ ਸਟਰਕਚਰ ਦੀ ਜਿਹੜੀ ਹੈਗੀ ਬੇਸਿਕਸ ਨੂੰ ਅਟੈਕ ਕਰਦਾ ਹੈ ਜੀ। ਤੇ ਉਹਦੇ 'ਚ ਕੀ ਹੈ, ਜਿਹੜਾ ਸ਼ਡਿਊਲ 7 ਹੈ ਉਹ ਬੜਾ ਕਲੀਅਰ ਹੈ ਵੀ ਐਗਰੀਕਲਚਰ ਜਿਹੜਾ ਹੈਗਾ ਉਹ ਸਟੇਟ ਲਿਸਟ ਦੇ ਵਿੱਚ ਆਉਂਦਾ ਹੈ। ਈਵਨ ਜਿਹੜੀ ਮਾਰਕੀਟਿੰਗ ਹੈ ਐਗਰੀਕਲਚਰ ਪ੍ਰੋਡਕਟਸ ਦੀ ਉਹ ਵੀ ਸਟੇਟ ਲਿਸਟ ਦੇ ਵਿੱਚ ਆਉਂਦਾ ਹੈ। ਜਿਹੜਾ ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਹੈ ਕਿ ਟ੍ਰੇਡ ਐਂਡ ਕਮਰਸ ਆਫ ਫੂਡ ਪ੍ਰੋਡਕਟਸ, ਉਹ ਲੈ ਕੇ ਇਹਨੂੰ ਕਾਨੂੰਨ ਬਣਾ ਰਹੇ ਆ। ਬੇਸਿਕਲੀ ਇਹ ਕਾਨੂੰਨ ਜਿਹੜਾ ਹੈਗਾ ਮਾਰਕੀਟਿੰਗ ਨਾਲ ਰਿਲੇਟਡ ਹੈ, ਸੋ ਉਹ ਬਣਦਾ ਹੀ ਨਹੀਂਗਾ। ਦੂਜੀ ਗੱਲ, ਜਿਹੜਾ ਇੱਕ ਸ਼ਡਿਊਲ 3 ਜਿਹੜਾ ਕੰਕਰੈਂਟ ਲਿਸਟ ਅਸੀਂ ਕਹਿੰਦੇ ਆ, ਜਿਹਦੇ 'ਚ ਸਟੇਟਸ ਵੀ ਕਾਨੂੰਨ ਬਣਾ ਸਕਦੀਆਂ ਨੇ ਤੇ ਕੇਂਦਰ ਵੀ ਬਣਾ ਸਕਦਾ ਹੈ, ਉਹਦੇ ਵਿੱਚ 7ਵੇਂ ਜਿਹੜੀ ਐਂਟਰੀ ਹੈ ਉਹਦੇ ਵਿੱਚ ਐਗਰੀਮੈਂਟਸ ਤੇ ਕੰਟਰੈਕਟਸ ਦੀ ਗੱਲ ਹੁੰਦੀ ਹੈ। ਉਹਦੇ ਵਿੱਚ ਬੜਾ ਸਪੈਸੀਫਿਕਲੀ ਕਿਹਾ ਗਿਆ ਹੋਇਆ ਵੀ ਕੰਟਰੈਕਟਸ ਜਿਹੜੇ ਵੀ ਹੋਣੇ ਆ ਉਹਦੇ ਪ੍ਰਤੀ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ, ਪਰ ਕੰਟਰੈਕਟਸ ਉਹ ਜਿਹੇ ਵਿਚ ਆਰ ਨਾਟ ਰਿਲੇਟਡ ਟੂ ਐਗਰੀਕਲਚਰਲ ਲੈਂਡ, ਖੇਤੀ ਵਾਲੀ ਜ਼ਮੀਨ ਦੇ ਨਾਲ ਸੰਬੰਧਿਤ ਕੋਈ ਵੀ ਕੰਟਰੈਕਟ ਬਣਾਉਣਾ ਜਿਹੜਾ, ਉਹਨਾਂ ਕੰਟਰੈਕਟਸ ਬਾਰੇ ਕੋਈ ਵੀ ਕਾਨੂੰਨ ਬਣਾਉਣਾ ਕੇਂਦਰ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈਗੀ, ਉਹ ਸਟੇਟਾਂ ਦਾ ਹੀ ਹੈ। ਤੇ ਇਹ ਐਡਾ ਵੱਡਾ ਧੱਕੇ ਦੇ ਨਾਲ ਇਹ ਇੱਕ ਕਾਨੂੰਨ ਪਾਸ ਕਰ ਰਹੇ ਆ ਜਿਹੜਾ ਸਾਡੇ ਫੈਡਰਲ ਸਟਰਕਚਰ ਦੇ ਬਿਲਕੁਲ ਉਲਟ ਜਾਂਦਾ ਹੈ। ਤੇ ਜੇ ਅੱਜ ਅਸੀਂ ਉਸ ਚੀਜ਼ ਨੂੰ ਮੰਨ ਲੈਂਦੇ ਆ, ਚਾਹੇ ਕੁਝ ਅਮੈਂਡਮੈਂਟਸ ਕਰਕੇ ਹੀ ਹੈ, ਪਰ ਇਹ ਇੱਕ ਪ੍ਰੈਸੀਡੈਂਟ ਬਣ ਜੂਗਾ ਕਿ ਇਹੋ ਜਿਹੇ ਐਗਰੀਕਲਚਰਲ ਜਾਂ ਹੋਰ ਜਿਹੜੀਆਂ ਕੋਈ ਕੰਕਰੈਂਟ ਲਿਸਟ ਦੇ ਵਿੱਚ ਚੀਜ਼ਾਂ ਨਹੀਂ ਹੈਗੀਆਂ ਜਾਂ ਜਿਹੜੀ ਯੂਨੀਅਨ ਲਿਸਟ ਦੇ ਵਿੱਚ ਨਹੀਂ ਹੈਗੀਆਂ, ਬਿਲਕੁਲ ਕਲੀਅਰਲੀ ਸਟੇਟ ਸਬਜੈਕਟਸ ਹੈ, ਉਹਦੇ ਉੱਪਰ ਕੇਂਦਰ ਕਾਨੂੰਨ ਬਣਾਉਣ ਲੱਗ ਜੂਗੀ। ਇਸ ਲਈ ਇਹਨੂੰ ਰੋਕਣਾ ਅੱਜ ਜਿਹੜਾ ਹੈਗਾ ਕਿਸਾਨਾਂ ਨੇ ਬਿਲਕੁਲ ਸਹੀ ਪੁਆਇੰਟ ਚੱਕਿਆ ਹੋਇਆ ਵੀ ਅਸੀਂ ਇਹਦੇ ਵਿੱਚ ਕੋਈ ਅਮੈਂਡਮੈਂਟ ਨਹੀਂ ਚਾਹੁੰਦੇ। ਜੇ ਅਸੀਂ ਦੂਜੀ ਬੋਲੀ ਵਿੱਚ ਦੇਖਦੇ ਹਾਂ ਕਿ ਅਸੀਂ ਇਹਨੂੰ ਲਈਏ ਵੀ ਜੇ ਕਿਸੇ ਬੰਦੇ ਨੂੰ ਕੋਈ ਸੜਿਆ ਹੋਇਆ ਆਂਡਾ ਖਵਾਉਣ ਨੂੰ ਦਿੱਤਾ ਜਾਵੇ, ਉਹ ਬੰਦਾ ਕਹਿੰਦਾ ਵੀ ਚਾਹੇ ਕਿਸਾਨਾਂ ਦਾ ਹਾਜ਼ਮਾ ਬਹੁਤ ਤਕੜਾ ਹੈ ਤਾਂ ਵੀ ਅਸੀਂ ਇਹ ਸੜੇ ਹੋਏ ਆਂਡੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਹਜਮ ਨਹੀਂ ਕਰ ਸਕਦੇ। ਦੂਜਾ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ, ਇਹਦੇ 2-4 ਮਸਾਲੇ ਹੋਰ ਪਾ ਕੇ ਅਸੀਂ ਇਹਦੀ ਸਮੈਲ ਦੱਬ ਦਿੰਦੇ ਹਾਂ। ਆਂਡਾ ਤਾਂ ਗਲਿਆ ਹੋਇਆ ਹੈ ਪਰ ਤੁਹਾਨੂੰ ਅਸੀਂ ਖਾਣ ਦੇ ਲਈ ਉਹਦਾ ਸਵਾਦ ਬਦਲ ਦਿੰਦੇ ਹਾਂ, ਸਾਨੂੰ ਉਹ ਸਵਾਦ ਬਦਲਿਆ ਹੋਇਆ ਨਹੀਂ ਚਾਹੀਦਾ।
ਅਸੀਂ ਸਾਡਾ ਜਿਹੜਾ ਗੜਿਆ ਹੋਇਆ ਆਂਡਾ ਹੈ, ਉਹਨੂੰ ਕਿਸਾਨ ਖਾਣ ਨੂੰ ਤਿਆਰ ਨਹੀਂ ਗੇ। ਇਹ ਸਾਰੇ ਦੇਸ਼ ਦੀ ਲੜਾਈ ਹੈ, ਇਕੱਲੇ ਕਿਸਾਨਾਂ ਦੀ ਨਹੀਂ, ਤੇ ਉਹ ਬੜੇ ਜਾਇਜ਼ ਤਰੀਕੇ ਨਾਲ ਲੜ ਰਹੇ ਆ। ਕੇਂਦਰ ਨੂੰ ਯੈਸ ਔਰ ਨੋ ਦੀ ਗੱਲ ਤੇ ਜਿਹੜਾ ਉਹ ਡਰਾਮੇਬਾਜ਼ੀ ਕਰ ਰਹੇ ਆ, ਉਹਦੇ ਤੋਂ ਪਿੱਛੇ ਹਟਣਾ ਪੈਣਾ ਤੇ ਇਹ ਜ਼ਰੂਰੀ ਹੈ। ਦੇਸ਼ ਦੀ ਭਲਾਈ ਇਸੇ ਗੱਲ 'ਚ ਹੈ ਜੀ। ਅਗਲਾ ਸਵਾਲ ਮੇਰਾ ਸਰ ਤੁਹਾਨੂੰ ਆ, ਜੇਕਰ ਗੱਲ ਕਰੀਏ ਦੇਸ਼ ਦੇ ਪ੍ਰਧਾਨ ਮੰਤਰੀ ਦੀ, ਕਦੇ ਤਾਂ ਉਹ ਗੁਜਰਾਤ ਵਿੱਚ ਜਾ ਕੇ ਕੱਛ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਨੇ ਤੇ ਕਦੇ ਉਹ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਕਰਦੇ ਨੇ ਤੇ ਔਰ ਫਿਰ ਖੇਤੀ ਬਿੱਲਾਂ ਦੇ ਫਾਇਦੇ ਦੱਸਦੇ ਨੇ, ਫਿਰ ਉਹੀ ਸੋਲੇ ਗਾਉਂਦੇ ਨੇ, ਇਹਦੇ ਵਿੱਚ ਤੁਹਾਡਾ ਭਲਾ ਹੈ, ਤੁਹਾਡਾ ਭਲਾ ਹੈ। ਤੇ ਬੀਤੇ ਦਿਨ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਮੱਥਾ ਟੇਕਣ ਲਈ, ਔਰ ਇਸ ਚੀਜ਼ ਦੀ ਕੰਨੋ ਕੰਨੀ ਕਿਸੇ ਨੂੰ ਭਿਣਕ ਵੀ ਨਹੀਂ ਉਹਨਾਂ ਨੇ ਲੱਗਣ ਦਿੱਤੀ, ਔਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਰਾਜਨੀਤਿਕ ਸਟੰਟ ਦਾ ਰੂਪ ਦਿੱਤਾ ਜਾ ਰਿਹਾ। ਕੀ ਕਹਿਣਾ ਚਾਹੋਗੇ ਇਸ ਬਾਰੇ? ਰਾਜਨੀਤਿਕ ਸਟੰਟ ਸਾਡੇ ਮੁਲਕ ਦੇ ਵਿੱਚ ਇੰਨੇ ਭਾਰੂ ਨੇ ਜੀ, ਜਿਵੇਂ ਗਰੇਵਾਲ ਸਾਹਿਬ ਦੱਸ ਰਹੇ ਸੀ ਕਿ ਸਰਕਾਰ ਨੂੰ ਜੈਸ ਔਰ ਨੋ ਤੇ ਆਉਣਾ ਪੈਣਾ ਜੀ, ਜ਼ਾਹਰਾ ਤੌਰ ਤੇ ਨੋ ਹੋ ਜੇ ਉਹ ਕਹਿ ਨਹੀਂ ਸਕਦੇ, ਨਹੀਂ ਤੇ ਕਿਸਾਨਾਂ ਦਾ ਰੋਹ ਹੋਰ ਪ੍ਰਚੰਡ ਹੋਏਗਾ। ਜੀ, ਗੱਲ ਕਿਸਾਨਾਂ ਦੀ ਵੀ ਨਹੀਂ ਹੈ, ਪਰ ਓਵਰਆਲ ਜੇ ਇਹ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਕੰਮ ਚੱਲਿਆ ਉਸ ਤੇ ਨਿਗਾਹ ਮਾਰੀਏ, ਜੀ, ਜੇ ਮੈਂ ਸ਼ੁਰੂ ਕਰਾਂ ਤੇ ਮਨਮੋਹਨ ਸਿੰਘ ਨੇ ਵੀ ਇੱਕ ਵਾਰੀ ਆਖਿਆ ਸੀ ਕਿ ਜਦੋਂ ਉਹਨਾਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ ਜੀ, ਕਿ ਗਰੀਬੀ ਖਤਮ ਕਰਨ ਲਈ ਘੱਟੋ ਘੱਟ 10 ਸਾਲ ਸਾਨੂੰ ਰਾਜ ਕਰਨਾ, ਮੇਰੇ ਕੋਲ ਸਕੀਮ ਹੈ ਤੇ 10 ਸਾਲ ਚਾਹੀਦੇ ਨੇ, ਜੀ, ਤੇ 10 ਸਾਲ ਲਾਏ ਵੀ ਉਹਨਾਂ ਨੇ। ਜੀ, ਪਰ ਯਾਦ ਰੱਖੋ ਇਕਨੋਮੀ ਡਾਊਨ ਹੈ ਇਸ ਵੇਲੇ ਇੰਡੀਆ ਦੀ, ਜੀ, GDP ਥੱਲੇ ਨੂੰ ਜਾ ਰਹੀ ਹੈ, ਤੇ ਸ਼ੁਰੂ ਉਦੋਂ ਤੋਂ ਹੋਈ ਹੈ, ਵੈਸੇ ਸਰਦਾਰ ਮਨਮੋਹਨ ਸਿੰਘ ਦੇ ਵੇਲੇ ਤੋਂ ਸ਼ੁਰੂ ਹੋਈ ਹੈ। ਜੀ, ਦੂਸਰੀ ਗੱਲ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਹੁਣ ਕਿੰਨੇ ਕੁ ਨੂੰ ਯਾਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹੜੇ ਕਿਹੜੇ ਵਾਅਦੇ ਕੀਤੇ ਸੀ ਜੀ, ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ। ਜੀ, ਨੌਕਰੀਆਂ, ਘਰ ਘਰ ਨੌਕਰੀ, ਸਮਾਰਟਫੋਨ ਤੇ ਨਸ਼ਿਆਂ ਨੂੰ ਦੂਰ ਕਰਨ ਦੇ ਨਸ਼ਿਆਂ ਤੇ ਕੰਟਰੋਲ 2 ਹਫ਼ਤਿਆਂ ਦੇ ਵਿੱਚ। ਜੀ, ਜੀ, ਹੁਣ ਕਿਸੇ ਨੂੰ ਇਹ ਯਾਦ ਹੈ ਕਿ ਨਰਿੰਦਰ ਮੋਦੀ ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ 2014 ਦੇ ਵਿੱਚ, ਤੇ ਕਿਹੜੇ ਕਿਹੜੇ ਵਾਅਦੇ ਸੀ? ਜੀ, 15 ਲੱਖ ਪਵੇਗਾ ਖਾਤਿਆਂ 'ਚ, ਕਾਲਾ ਧਨ ਸੀ ਇੰਨੇ ਦਿਨਾਂ 'ਚ ਲੈ ਆਉਣਾ, ਕਰਜ਼ਾ ਮਾਫ ਕਰ, ਕਰਜ਼ਾ ਮਾਫ ਕਰ ਦੇਣਾ, ਤੇ ਸਭ ਤੋਂ ਵੱਡੀ ਗੱਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ। ਜੀ, ਜੇ ਅਸੀਂ ਅੱਜ ਦੇ ਸੰਦਰਭ ਵਿੱਚ ਉਸ ਨੂੰ ਵੇਖੀਏ ਤੇ ਇਸ ਚੋਣ ਦੇ ਜਿਹੜੀਆਂ ਹੁਣ ਚੋਣਾਂ 2019 ਦੇ ਵਿੱਚ ਇਹਨਾਂ ਨੇ ਜਿੱਤੀਆਂ ਨੇ, ਉਹਨਾਂ ਦੇ ਵਿੱਚ ਤੇ ਕਿਸਾਨਾਂ ਦੀ ਗੱਲ ਹੀ ਨਹੀਂ ਕੀਤੀ ਕਿ 2022 ਤੱਕ ਉਹਨਾਂ ਦੀ ਆਮਦਨ ਦੁੱਗਣੀ ਕਰਾਂਗੇ। ਜੀ, ਸਗੋਂ ਕਰੋਨਾ ਦੀ ਆੜ ਦੇ ਵਿੱਚ, ਲੋਕਡਾਊਨ ਦੀ ਆੜ ਦੇ ਵਿੱਚ ਇੱਕ ਪਾਰਲੀਮੈਂਟ ਦੇ ਵਿੱਚ ਬਹੁਮਤ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਇਹ ਥੋਪ ਦਿੱਤੇ ਕਾਨੂੰਨ। ਜੀ, ਔਰ ਜਦੋਂ ਹੁਣ ਉਸ ਤੇ ਮੇਲੇ ਲੱਗ ਰਹੇ ਨੇ ਕਰੋਨਾ ਦੇ ਸਮੇਂ ਦੇ ਵਿੱਚ, ਕਿਸਾਨਾਂ ਦੇ ਅੰਦੋਲਨ ਨੂੰ ਇਸ ਤਰ੍ਹਾਂ ਕਹਿ ਕੇ ਵੀ ਦਬਾਉਣ ਦਾ ਯਤਨ ਕੀਤਾ ਕਿ ਇਹ ਕਰੋਨਾ ਦਾ ਟਾਈਮ ਚੱਲ ਰਿਹਾ ਤੇ ਇਸ ਮੌਕੇ ਤੇ ਆਹ ਦਫਾ ਲੱਗੀ ਹੋਈ ਹੈ, ਇਸ ਕਰਕੇ ਜਿਹੜੇ ਲੋਕ ਇਕੱਠ ਕਰ ਰਹੇ ਨੇ ਉਹਨਾਂ ਤੇ ਅਸੀਂ ਪਰਚੇ ਦਰਜ ਕਰ ਰਹੇ ਹਾਂ। ਜੀ, ਜੀ, ਬੰਗਾਲ ਦੇ ਵਿੱਚ ਤੁਸੀਂ ਮੀਟਿੰਗਾਂ ਕਰ ਰਹੇ ਹੋ, ਰੋਡ ਸ਼ੋਅ ਕਰ ਰਹੇ ਹੋ, ਬਿਹਾਰ ਦੇ ਵਿੱਚ ਇਲੈਕਸ਼ਨਾਂ ਹੋਈਆਂ ਨੇ, ਹੋਰ ਪਤਾ ਨਹੀਂ ਕਿੱਥੇ ਕਿੱਥੇ ਕੀ ਤੁਸੀਂ ਕਰ ਰਹੇ ਹੋ, ਉਦੋਂ ਕਰੋਨਾ ਕਿੱਥੇ ਜਾਂਦਾ ਹੈ? ਸੋ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਸਭ ਕੁਝ ਕਰ ਲਿਆ ਜਾਂਦਾ। ਸਰਕਾਰੀ ਵਾਅਦੇ ਜਿਹੜੇ ਨੇ ਤੇ ਪਖੰਡ ਜਿਹੜੇ ਨੇ ਜਾਂ ਸਟੰਟ ਜਿਹੜੇ ਨੇ, ਇਹ ਇਸ ਤਰ੍ਹਾਂ ਨੇ ਜਿਵੇਂ ਆਏ ਤੇ ਗਏ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਦੂਸਰੀ ਵਾਰੀ ਸਰਕਾਰ ਬਣਾ ਗਏ ਨੇ, ਤੇ ਕਿਸੇ ਨੂੰ ਯਾਦ ਹੋਵੇ ਤੇ ਉਹਨੇ ਇੱਕ ਵਾਅਦਾ ਕੀਤਾ ਹੋਇਆ ਸੀ ਪਿਛਲੀ ਸਰਕਾਰ ਦੇ ਵੇਲੇ ਕਿ ਫ੍ਰੀ ਵਾਈਫਾਈ ਦੇਵਾਂਗੇ। ਦਿੱਲੀ ਦੇ ਵਿੱਚ ਫ੍ਰੀ ਵਾਈਫਾਈ ਤਾਂ ਕੀ, ਉਹਨਾਂ ਦੇ ਕੋਲ ਇੰਨਾ ਕੰਟਰੋਲ ਵੀ ਨਹੀਂ ਹੈ ਕਿ ਜਿੱਥੇ ਮੋਰਚਾ ਲੱਗਾ ਹੈ ਉੱਥੇ ਪ੍ਰੋਪਰ ਜਿਹੜਾ ਹੈ ਫੋਨ ਦਾ ਜਿਹੜਾ ਸਿਸਟਮ ਹੈ ਉਹ ਚੱਲ ਸਕੇ। ਸਟੇਜ ਦੇ ਲਾਗੇ ਫੋਨ ਨਹੀਂ ਕੰਮ ਕਰ ਰਿਹਾ ਪ੍ਰੋਪਰ, ਬਾਰਡਰ ਦੇ ਉੱਪਰ ਸਟੇਜ ਲੱਗੀ ਹੋਈ ਹੈ। ਸੋ ਇਸ ਤਰ੍ਹਾਂ ਦੇ ਵਾਅਦੇ ਬਹੁਤ ਸਾਰੇ ਪਾਰਟੀਆਂ ਵੱਲੋਂ ਕੀਤੇ ਜਾਂਦੇ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਅਕਾਲੀ ਦਲ ਨੇ ਵੀ ਗੱਲ ਕੀਤੀ ਸੀ। ਸੋ ਜਿਹਨੂੰ ਮਰਜ਼ੀ ਲਪੇਟ ਲਓ। ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਕਾਬਗੰਜ ਸਾਹਿਬ ਗਏ ਨੇ। ਜ਼ਾਹਿਰਾ ਤੌਰ ਤੇ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਨ ਸੀ ਤੇ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕੁਰਬਾਨੀ ਦਿੱਤੀ, ਉਹਨਾਂ ਦਾ ਇੱਕ ਮੈਮੋਰੀਅਲ ਬਣਿਆ ਹੋਇਆ ਹੈ। ਜਿਸ ਜਗ੍ਹਾ ਤੇ ਸਟੇਜ ਲੱਗੀ ਹੋਈ ਹੈ ਸਿੰਘੂ ਪਿੰਡ ਦੇ ਵਿੱਚ, ਸਿੰਘੂ ਬਾਰਡਰ ਤੇ, ਉਸੇ ਪਿੰਡ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਇੱਕ ਯਾਦਗਾਰ ਹੈ ਜਿਹੜੀ ਕਿ ਸ਼ੀਲਾ ਦੀਕਸ਼ਿਤ ਦੀ ਸਰਕਾਰ ਨੇ ਬਣਵਾਈ ਸੀ। ਖੁੱਲੀ ਡੁੱਲੀ ਯਾਦਗਾਰ ਹੈ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ, ਔਰ ਦਿੱਲੀ ਦੇ ਵਿੱਚ ਕੁਰਬਾਨੀ ਦੇ ਕੇ ਹਿੰਦ ਦੀ ਚਾਦਰ ਖਵਾਏ ਉਹ, ਤੇ ਉਹਨਾਂ ਦੇ ਨਾਂ ਤੇ ਤੁਸੀਂ ਜਾ ਰਹੇ ਹੋ ਚੁੱਪ ਚਪੀਤੇ। ਤੁਸੀਂ ਸਵੇਰੇ ਜਾਂਦੇ ਹੋ, ਤੁਹਾਡੇ ਜ਼ਾਹਿਰਾ ਤੌਰ ਤੇ ਕਿਸੇ ਨੂੰ ਤਾਂ ਖਬਰ ਹੋਈ ਹੋਵੇਗੀ, ਜਿਹੜੇ ਉੱਥੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਨਾਂ ਨੂੰ ਤਾਂ ਕੁਝ ਤਾਂ ਦੱਸਿਆ ਗਿਆ ਹੋਵੇਗਾ, ਜਾਂ ਸਿਕਿਉਰਿਟੀ ਦੇ ਆਫੀਸਰ ਉੱਥੇ ਕੁਝ ਗਏ ਹੋਣਗੇ। ਪਰ ਫਿਰ ਵੀ ਮੈਂ ਸਮਝਦਾ ਨਰਿੰਦਰ ਮੋਦੀ ਨਾਲ ਜਿੰਨੀ ਮਰਜ਼ੀ ਨਾਰਾਜ਼ਗੀ ਹੋਵੇ, ਨਰਿੰਦਰ ਸਿੰਘ ਤੋਮਰ ਦੇ ਨਾਲ ਜਿੰਨੀ ਮਰਜ਼ੀ ਨਾਰਾਜ਼ਗੀ ਹੋਵੇ, ਪੀਯੂਸ਼ ਗੋਇਲ ਨਾਲ ਜਿੰਨੀ ਮਰਜ਼ੀ ਨਾਰਾਜ਼ਗੀ ਹੋਵੇ, ਪਰ ਗੁਰੂ ਘਰ ਜੇ ਕੋਈ ਸਿਰ ਨਿਵਾਉਣ ਆਉਂਦਾ ਤੇ ਉਸ ਨੂੰ ਸਿਰ ਨਿਵਾਉਣ ਦੀ ਇਜਾਜ਼ਤ ਵੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਕੋਈ ਤਕਲੀਫ ਵੀ ਨਹੀਂ ਆਉਣੀ ਚਾਹੀਦੀ। ਹਾਂ, ਇਸ ਗੱਲ ਤੇ ਬਹਿਸ ਹੋ ਸਕਦੀ ਹੈ ਕਿ ਉਹਨਾਂ ਨੂੰ ਸਿਰੋਂ ਪਾਓ ਦੇਣਾ ਚਾਹੀਦਾ ਸੀ ਜਾਂ ਨਹੀਂ, ਪਰ ਇਸ ਗੱਲ ਤੇ ਬਹਿਸ ਕਰਨੀ ਕੋਈ ਜ਼ਰੂਰੀ ਨਹੀਂ। ਇਸ ਨੂੰ ਛੱਡ ਵੀ ਦਈਏ ਤੇ ਕੰਮ ਚੱਲਦਾ ਹੈ। ਉੱਥੇ ਦੇ ਮੌਕੇ ਤੇ ਪ੍ਰਬੰਧਕ ਸੀ, ਉਹਨਾਂ ਨੇ ਸੋਚਿਆ ਕੀ ਨਹੀਂ ਸੋਚਿਆ ਕਿ ਇਕੱਲੇ ਸਿੱਖਾਂ ਦਾ ਅੰਦੋਲਨ ਹੈ, ਕੱਲ੍ਹ ਨੂੰ ਕਿਤੇ ਹੋਰ ਜਾਂਦੇ ਨੇ ਤੇ ਕੀ ਅਸੀਂ ਉੱਥੋਂ ਵੀ ਇਹ ਜਿਹੜਾ ਰਿਐਕਸ਼ਨ ਜਿਹੜਾ ਕੋਈ ਉਹ ਇਸ ਤਰ੍ਹਾਂ ਦਾ ਐਕਸਪੈਕਟ ਕਰ ਸਕਦੇ ਹਾਂ। ਪਰ ਜੇ ਦੇ ਵੀ ਦਿੱਤਾ ਤਾਂ ਵੀ ਕੋਈ ਵੱਡੀ ਗੱਲ ਨਹੀਂ, ਨਾ ਵੀ ਦਿੰਦੇ ਤਾਂ ਵੀ ਕੰਮ ਚੱਲ ਸਕਦਾ ਸੀ।
ਹੁਣ ਇੱਕ ਹੋਰ ਵੀਡੀਓ ਵਾਇਰਲ ਜਿਹੜੀ ਆ ਉਸ ਦੇ ਨਾਲ ਸੰਬੰਧਿਤ ਇੱਕ ਹੋ ਰਹੀ ਹੈ। ਉਹ ਵੀਡੀਓ ਇਹ ਹੈ ਕਿ ਜਦੋਂ ਨਰਿੰਦਰ ਮੋਦੀ ਉੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਨੇ ਸਿਰ ਢੱਕਿਆ ਹੋਇਆ ਤੇ ਮਾਸਕ ਵੀ ਉਹਨਾਂ ਨੇ ਪਾਇਆ ਹੋਇਆ ਤੇ ਇੱਕ ਸਿੰਘ ਸਾਹਿਬਾਨ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ। ਉਹ ਗੱਲਬਾਤ ਤਾਂ ਸਮਝ ਨਹੀਂ ਆਉਂਦੀ, ਪਰ ਬੈਕਗ੍ਰਾਉਂਡ ਦੇ ਵਿੱਚ ਇੱਕ ਗਿਆਨੀ ਜੀ ਕਥਾ ਵਿਚਾਰ ਕਰ ਰਹੇ ਨੇ। ਉਹ ਕਥਾ ਵਿਚਾਰ ਦੇ ਵਿੱਚ ਉਹ ਜਿਵੇਂ ਇਸ ਤਰ੍ਹਾਂ ਕਿਸੇ ਦੀ ਪੁਰਾਣੀ ਇੱਕ ਕਥਾ ਕਰ ਰਹੇ ਨੇ, ਗੁਰੂ ਤੇਗ ਬਹਾਦਰ ਦੇ ਸਮੇਂ ਦੀ ਹੈ, ਉਹਨਾਂ ਦੀ ਸ਼ਹੀਦੀ ਨਾਲ ਸੰਬੰਧਿਤ ਹੈ ਕਥਾ। ਔਰ ਉਹ ਕਥਾ ਜਿਹੜੀ ਚੱਲ ਰਹੀ ਹੈ ਲੋਕਾਂ ਨੇ ਉਸ ਨੂੰ ਵਾਇਰਲ ਕਰ ਦਿੱਤਾ ਹੈ ਕਿ ਦੇਖੋ ਦੇਸ਼ ਦਾ ਸ਼ਾਸਕ ਜਿਹੜਾ ਪਹੁੰਚਿਆ ਤੇ ਔਰੰਗਜ਼ੇਬ ਨਾਲ ਉਸ ਦੀ ਤੁਲਨਾ ਕਰ ਦਿੱਤੀ ਹੈ। ਦੇਖੋ ਉੱਥੇ ਮੌਕੇ ਤੇ ਕਿਹੜੀ ਕਥਾ ਚੱਲ ਰਹੀ ਸੀ ਤੇ ਉਹਨੂੰ ਦੇਖ ਕੇ ਭੱਜਣਾ ਪਿਆ। ਮੈਂ ਸਮਝਦਾ ਸਾਨੂੰ ਇਹੋ ਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਜੇ ਕੋਈ ਹੋਸ਼ਪੁਣਾ ਦਿਖਾਉਂਦਾ ਹੈ ਤੇ ਜ਼ਰੂਰੀ ਨਹੀਂ ਕਿ ਅਸੀਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ, ਪਰ ਕੁੱਲ ਮਿਲਾ ਕੇ ਉਹਨਾਂ ਦਾ ਇਸ ਤਰ੍ਹਾਂ ਚੁੱਪ ਚਪੀਤੇ ਜਾਣਾ ਇਹ ਇੱਕ ਸਟੰਟ ਹੀ ਸੀ। ਪਰ ਜੇ ਕੋਈ ਮੱਥਾ ਟੇਕਣ ਆਏ ਨੇ ਤਾਂ ਇਸ਼ੂ ਵੀ ਨਹੀਂ ਬਣਨਾ ਚਾਹੀਦਾ। ਇਸ ਬੰਦੀ ਗਰੇਵਾਲ ਜੀ ਦੇ ਵੀ ਵਿਚਾਰ ਲਵਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗਰੇਵਾਲ ਸਾਹਿਬ, ਉਹੀ ਸਵਾਲ ਮੈਂ ਤੁਹਾਨੂੰ ਰਿਪੀਟ ਕਰਨਾ ਚਾਹੂੰਗੀ ਕਿ ਜਿਹੜਾ ਮੋਦੀ ਸਾਹਿਬ ਦਾ ਰਕਾਬਗੰਜ ਸਾਹਿਬ ਜਾਣਾ, ਇਹਨੂੰ ਰਾਜਨੀਤਿਕ ਸਟੰਟ ਦਾ ਰੂਪ ਦਿੱਤਾ ਜਾ ਰਿਹਾ ਆ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ ਜੀ। ਵੈਸੇ ਤਾਂ ਇਸ ਇਸ਼ੂ ਬਾਰੇ ਸਰਦਾਰ ਕੁਲਦੀਪ ਸਿੰਘ ਉਹਨਾਂ ਨੇ ਕਾਫੀ ਵਿਸਥਾਰ ਨਾਲ ਦੱਸਿਆ ਜੀ, ਪਰ ਮੈਂ ਤਾਂ ਇਹਦੇ 'ਚ ਇੱਕ ਅੱਧੀ ਗੱਲ ਹੀ ਐਡ ਕਰਨੀ ਚਾਹੁੰਦਾ ਵੀ ਮੈਂ ਨਹੀਂ ਸਮਝਦਾ ਕਿ ਕਿਸੇ ਵੀ ਗੁਰਪੁਰਬ 'ਤੇ ਜਾਂ ਇਹੋ ਜਿਹੇ ਮੌਕੇ 'ਤੇ ਪ੍ਰਧਾਨ ਮੰਤਰੀ ਦਾ ਗੁਰਦੁਆਰੇ ਵਿੱਚ ਜਾਣਾ ਉਹ ਕੋਈ ਪੋਲੀਟੀਕਲ ਸਟੰਟ ਦੇ ਤੌਰ 'ਤੇ ਗਿਣਨਾ ਚਾਹੀਦਾ। ਕੋਈ ਵੀ ਅਜਿਹਾ ਜੋ ਦਿਨ ਹੈ, ਚਾਹੇ ਕਿਸੇ ਧਰਮ ਦੇ ਨਾਲ ਵੀ ਸੰਬੰਧਿਤ ਹੋਵੇ, ਕੋਈ ਪ੍ਰਾਈਮ ਮਿਨਿਸਟਰ ਹੈ, ਪ੍ਰੈਜ਼ੀਡੈਂਟ ਹੈ, ਚੀਫ ਮਿਨਿਸਟਰ ਹੈ, ਉਹਦਾ ਹੱਕ ਵੀ ਹੈ ਅਤੇ ਉਹਦਾ ਫਰਜ਼ ਵੀ ਹੈ ਕਿ ਉਹਨੂੰ ਜਾ ਕੇ ਉੱਥੇ ਮੱਥਾ ਟੇਕਣਾ ਚਾਹੀਦਾ ਅਤੇ ਬਣਦਾ। ਉਹ ਉਹਨਾਂ ਦੀ ਬੜੀ ਅੱਛੀ ਗੱਲ ਹੈ। ਇਹਨੂੰ ਕਿ ਸਾਨੂੰ ਧਾਰਮਿਕ ਸਟੰਟ ਦੇ ਤੌਰ 'ਤੇ ਨਹੀਂ ਦੇਖਣਾ ਚਾਹੀਦਾ। ਦੂਸਰਾ ਜਿਹੜੇ ਇਹਦੇ ਨਾਲ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਭਾਰਤ ਦੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਹੋਰ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਉਹ ਗੱਲਬਾਤ ਕਰ ਰਹੇ ਆ, ਉਹ ਜ਼ਰੂਰ ਸਟੰਟ ਹੈ। ਵੀ ਇਸ ਵਕਤ ਜਦੋਂ ਲੋੜ ਹੈਗੀ ਕਿ ਦਿੱਲੀ ਦੇ ਵਿੱਚ ਧਰਨੇ 'ਤੇ ਲੋਕ ਬੈਠੇ ਆ, ਕਿਸਾਨ ਉੱਥੇ ਪਹੁੰਚੇ ਹੋਏ ਆ, ਉਹਨਾਂ ਨਾਲ ਤੂੰ ਗੱਲ ਨਹੀਂ ਕਰ ਰਿਹਾ। ਜਿਹੜੇ ਹੋਰ ਥਾਵਾਂ 'ਤੇ ਜਾ ਕੇ ਪ੍ਰਧਾਨ ਮੰਤਰੀ ਵੀ ਅਤੇ ਐਗਰੀਕਲਚਰ ਮਿਨਿਸਟਰ ਵੀ ਉਹ ਜਾ ਕੇ ਉੱਥੇ ਹੋਰ ਥਾਵਾਂ ਦੇ ਕਿਸਾਨਾਂ ਦੇ ਨਾਲ ਗੱਲ ਕਰ ਰਹੇ ਆ, ਉਹ ਸਟੰਟ ਜ਼ਰੂਰ ਹੈ। ਬਾਕੀ ਇਸ ਸਟੰਟ ਨੂੰ ਜੇ ਅਸੀਂ ਅੱਗੇ ਦੇਖਦੇ ਹਾਂ, ਧਾਰਮਿਕ ਗੱਲਾਂ ਨੂੰ ਵੀ ਜੇ ਅਸੀਂ ਦੇਖੀਏ ਤਾਂ ਜਦੋਂ ਵੀ ਕੋਈ ਧਾਰਮਿਕ ਸਮਾਗਮ ਆਉਂਦਾ ਹੈ, ਚਾਹੇ ਉਹ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੋਵੇ, ਕੋਈ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਦਿਹਾੜਾ ਹੋਵੇ, ਕੋਈ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਦਿਹਾੜਾ ਹੋਵੇ, ਸਰਕਾਰਾਂ ਦੇ ਵੱਲੋਂ ਬਹੁਤ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਆ। ਉਹ ਸਾਰਾ ਸਰਕਾਰੀ ਖਰਚਾ ਇੱਕ ਸਟੰਟ ਦੇ ਰੂਪ ਦੇ ਵਿੱਚ, ਜਿਹਦਾ ਕੋਈ ਫਾਇਦਾ ਨਹੀਂ ਹੁੰਦਾ, ਸਿਰਫ ਸਰਕਾਰ ਦੀ ਅਤੇ ਆਪਣੀ ਪਾਰਟੀ ਦੀ ਹਾਜ਼ਰੀ ਲਵਾਉਣ ਤੱਕ ਹੀ ਉਹ ਸੀਮਤ ਹੁੰਦਾ ਹੈ। ਉਹ ਖਰਚੇ ਵੀ ਕੀਤੇ ਜਾਂਦੇ ਆ, ਉਹ ਬੜੇ ਵੱਡੇ ਸਟੰਟ ਨੇ। ਅਤੇ ਉਸੇ ਤਰ੍ਹਾਂ ਜਿਹੜੇ ਸਮਾਗਮ ਵੀ ਕਈ ਇਸ ਤਰ੍ਹਾਂ ਦੇ ਕੀਤੇ ਜਾਂਦੇ ਆ ਉਹਦੇ ਨਾਲ ਰਿਲੇਟਡ, ਜਿਹਦੇ ਵਿੱਚੋਂ ਅਸਲੀ ਉਸ ਗੁਰੂ ਸਾਹਿਬਾਨ ਦੀ ਜਾਂ ਹੋਰ ਕਿਸੇ ਵੀ ਜਿਹੜਾ ਉਹੋ ਜਿਹਾ ਕੋਈ ਮਹਾਂਪੁਰਸ਼ ਹੈ ਜਿਹਦੇ ਸੰਬੰਧ 'ਚ ਉਹ ਕੀਤਾ ਜਾਂਦਾ ਹੈ, ਉਹਦੀ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਦੀ ਗੱਲ ਨਹੀਂ ਕੀਤੀ ਜਾਂਦੀ। ਪਰ ਸਰਕਾਰ ਦੇ ਜਾਂ ਪੋਲੀਟੀਕਲ ਪਾਰਟੀਜ਼ ਦੇ ਆਪਣੀ ਜਿਹੜੀ ਆਈਡੀਓਲੋਜੀ ਹੈ ਅਤੇ ਆਪਣੀਆਂ ਜਿਹੜੀਆਂ ਪਰਸਨੈਲਿਟੀਜ਼ ਨੇ ਉਹਨਾਂ ਨੂੰ ਉਭਾਰਨ ਦੇ ਲਈ ਉਹ ਕੀਤੇ ਜਾਂਦੇ ਆ। ਉਹ ਸਾਰੇ ਜ਼ਰੂਰ ਪੋਲੀਟੀਕਲ ਸਟੰਟ ਨੇ। ਮੱਥਾ ਟੇਕਣਾ ਜਿਹੜਾ ਹੈਗਾ ਉਹ ਬਿਲਕੁਲ ਜਾਇਜ਼ ਆ, ਉਹਦੇ 'ਚ ਕੋਈ ਆਪਾਂ ਨੂੰ ਉਸ ਤਰ੍ਹਾਂ ਦੀ ਗੱਲ ਨਹੀਂ ਦੇਖਣੀ ਚਾਹੀਦੀ, ਉਹਨੂੰ ਠੀਕ ਸਮਝਣਾ ਚਾਹੀਦਾ। ਮੈਂ ਇਹਦੇ 'ਚ ਥੋੜ੍ਹਾ ਜਿਹਾ ਹੋਰ ਐਡ ਕਰਨਾ ਚਾਹਾਂਗਾ। ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ ਕਿ ਦਿਨ ਸੁੱਤ ਜਦੋਂ ਕਿਸੇ ਵੀ ਧਰਮ ਦਾ ਕੋਈ ਆਉਂਦਾ ਤੇ ਸਰਕਾਰਾਂ ਆਪਣੇ ਹਿਸਾਬ ਨਾਲ ਉਹ ਜਿਹੜਾ ਪੈਸਾ ਹੈ ਸਰਕਾਰੀ ਲੋਕਾਂ ਦਾ, ਪਬਲਿਕ ਦਾ ਪੈਸਾ, ਉਹਨੂੰ ਖਰਚਦੀਆਂ ਨੇ। ਇੱਕ ਹੋਰ ਗੱਲ ਹੈ ਕਿ ਜਿਹੜੀ ਭਾਜਪਾ ਸਰਕਾਰ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਜਿਹੜਾ ਉਹਨਾਂ ਨੂੰ ਕਾਫੀ ਰਾਸ ਆਇਆ। ਕੀਤਾ ਤੇ ਪਹਿਲਿਆਂ ਨੇ ਵੀ ਸੀ, ਰਾਹੁਲ ਗਾਂਧੀ ਨੇ ਵੀ ਗਰੀਬਾਂ ਦੇ ਘਰ ਜਾ ਕੇ ਗਰੀਬਾਂ ਦੇ ਨਾਲ ਰਹਿਣ ਦਾ, ਕੁੱਲੀ ਦੇ ਵਿੱਚ ਰੋਟੀ ਖਾਣ ਦਾ ਇੱਕ ਪਖੰਡ ਜਿਹੜਾ ਸ਼ੁਰੂ ਕੀਤਾ ਸੀ, ਉਹਨੂੰ ਰਾਸ ਨਹੀਂ ਆ ਰਿਹਾ। ਉਹਨੂੰ ਤਾਂ ਖੈਰ ਕੁਝ ਵੀ ਰਾਸ ਨਹੀਂ ਆ ਰਿਹਾ। ਪਤਾ ਨਹੀਂ ਹਾਜ਼ਮਾ ਵੀ ਉਹਦਾ ਕਿਹੋ ਜਿਹਾ ਹੋਵੇਗਾ ਕਿ ਉਹ ਕੀ ਖਾਂਦਾ ਹੈ ਤੇ ਕਿਵੇਂ ਉਹਨੂੰ ਹਾਜ਼ਮ ਹੁੰਦਾ ਹੋਵੇਗਾ। ਪਰ ਇਹਨਾਂ ਨੇ ਕੰਮ ਸ਼ੁਰੂ ਕੀਤਾ ਕਿ ਇੱਕ ਉਦਾਹਰਨ ਦਿੰਦੇ ਨੇ ਉਹ ਕਿ ਦੇਖੋ ਜੀ, ਮਨ ਕੀ ਬਾਤ ਦੇ ਵਿੱਚ ਜਾਂ ਹੋਰ ਕਿਸੇ ਤਰੀਕੇ ਨਾਲ ਜਾਂ ਕੋਈ ਮੰਤਰੀ ਵੀ ਦੇ ਦਿੰਦਾ, ਇਹਨਾਂ ਦਾ ਆਪ ਵੀ ਕਰਦੇ ਨੇ। ਦੇਖੋ ਜੀ, ਫਲਾਨੀ ਜਗ੍ਹਾ 'ਤੇ ਇੱਕ ਕਿਸਾਨ ਆ, ਉਹਦੇ ਬਾਰੇ ਮੈਨੂੰ ਪਤਾ ਲੱਗਾ, ਉਹਨੇ ਆਹ ਆਮਦਨ ਇੰਨੀ ਥਾਂ ਕੱਢੀ ਆ, ਉਹਨੇ ਵਿੱਚੋਂ ਉਹਦੀ ਫਸਲ ਨਹੀਂ ਸੀ ਹੁੰਦੀ, ਉਹਨੇ ਉਹਦੀ ਜਗ੍ਹਾ 'ਤੇ ਆਹ ਚੀਜ਼ ਕਰਨੀ ਸ਼ੁਰੂ ਕਰਤੀ, ਉਹਨੇ ਵਿੱਚੋਂ ਇੰਨੀ ਆਮਦਨ ਕੱਢ ਲਈ। ਇੱਕ ਬੰਦਾ ਮੈਨੂੰ ਮਿਲਿਆ, ਉਹਨੇ ਰੇਹੜੀ ਲਾਈ ਹੋਈ ਸੀ, ਉਹ ਜਿਹੜਾ ਸੀਵਰੇਜ ਦਾ ਸੀ ਉਹਨੇ ਪਾਈਪ ਲਾ ਲਿਆ, ਉੱਥੋਂ ਉਹਨੇ ਗੈਸ ਚਲਾ ਲਈ ਅਤੇ ਉਹ ਪਕੌੜੇ ਤਲ ਕੇ ਵੇਚਦਾ ਸੀ। ਇਹ ਸਟੋਰੀਆਂ ਇਹੋ ਜਿਹੀਆਂ ਪ੍ਰਧਾਨ ਮੰਤਰੀ ਪਤਾ ਨਹੀਂ ਕਿੱਥੋਂ ਉਹਨਾਂ ਕੋਲ ਪਹੁੰਚਦੀਆਂ ਨੇ। ਪਰ ਕੁਛ ਮੀਡੀਆ ਇਹੋ ਜਿਹਾ ਵੀ ਹੈ, ਨਾਮ ਨਹੀਂ ਮੈਂ ਲਵਾਂਗਾ, ਜਿਹੜੇ ਉੱਥੇ ਪਹੁੰਚਦੇ ਨੇ ਮੁੜ ਕੇ, ਜਿੱਥੇ ਦੀ ਗੱਲ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਮੰਤਰੀ ਸੁਣਾਉਂਦੇ ਨੇ, ਉੱਥੇ ਪਹੁੰਚ ਜਾਂਦੇ ਨੇ ਕਿ ਵਾਕਿਆ ਇਸ ਤਰ੍ਹਾਂ ਹੋਇਆ, ਤੇ ਉਹ ਜਾ ਕੇ ਕੁਛ ਹੋਰ ਦਾ ਹੋਰ ਨਿਕਲਦਾ। ਉਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਪਰ ਉਹ ਬੱਲੇ ਬੱਲੇ ਹੋ ਜਾਂਦੀ ਹੈ ਤੇ ਬਹੁਤੇ ਲੋਕਾਂ ਦੇ
ਮਨਾਂ ਤੇ ਅਸਰ ਉਸ ਦਾ ਹੋ ਜਾਂਦਾ ਹੈ। ਜੀ ਸੋ ਇਹ ਲੋਕਾਂ ਨੂੰ ਕਿਵੇਂ ਭਰਮਾਇਆ ਜਾ ਸਕਦਾ ਹੈ, ਸਾਰੀਆਂ ਗੱਲਾਂ ਉਸੇ ਦੇ ਤਹਿਤ ਹੈ। ਇਹ ਚੰਗਾ ਬਣਨ ਦੀ ਖਾਤਰ, ਕਿਸੇ ਧਰਮ ਨੂੰ ਖੁਸ਼ ਕਰਨ ਦੀ ਖਾਤਰ, ਖਾਸ ਵਿਸ਼ੇਸ਼ ਵਰਗ ਨੂੰ ਖੁਸ਼ ਕਰਨ ਦੀ ਖਾਤਰ ਕਿਤੇ ਸਿਰ ਨਵਾਉਣਾ ਤੇ ਕੀ ਕੁਝ ਵੀ ਕੀਤਾ ਜਾ ਸਕਦਾ। ਜੀ ਸਰ, ਤੁਸੀਂ ਮਨ ਕੀ ਬਾਤ ਦੀ ਗੱਲ ਕੀਤੀ ਹੈ। 27 ਦਸੰਬਰ ਨੂੰ ਇਸ ਸਾਲ ਦੀ ਅਖੀਰਲੀ ਮਨ ਕੀ ਬਾਤ ਕਰਨਗੇ ਨਰਿੰਦਰ ਮੋਦੀ, ਤੇ ਉਧਰ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਵੀ ਜਿੱਦਾਂ ਇਹਨਾਂ ਨੇ ਕਰੋਨਾ ਦੇ ਵਿੱਚ ਸਾਡੇ ਕੋਲੋਂ ਥਾਲੀਆਂ ਖੜਕਾਈਆਂ ਸੀ, ਜਿੱਦਣ ਇਹ ਮਨ ਕੀ ਬਾਤ ਕਰਨਗੇ ਤੇ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਵੀ ਅਸੀਂ ਵੀ ਸਾਰੇ ਜਾਣੇ ਥਾਲੀਆਂ ਖੜਕਾਵਾਂਗੇ। ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਕਹਿੰਦਾ ਜੀ, ਦੋ ਲਫ਼ਜ਼, ਇੱਕ ਤੇ ਗੋਦੀ ਮੀਡੀਆ ਵਾਲਾ ਲਫ਼ਜ਼ ਮੈਂ ਪਹਿਲਾਂ ਦੱਸਿਆ ਸੀ, ਇੱਕ ਲਫ਼ਜ਼ ਹੋਰ ਸੀ, ਉਹ ਅੰਧ ਭਗਤ ਜਿਹੜਾ ਲਫ਼ਜ਼, ਉਹ ਵੀ ਬੜਾ ਮਸ਼ਹੂਰ ਹੋਇਆ। ਅੱਛਾ ਜੀ। ਅੰਧ ਭਗਤ ਕੌਣ ਹਨ? ਜਿਹੜੇ ਬਿਲਕੁਲ ਅੱਖਾਂ ਤੇ ਪੱਟੀ ਬੰਨ੍ਹ ਕੇ ਵਿਸ਼ਵਾਸ ਕਰਦੇ ਨੇ ਇਹਨਾਂ ਦੀਆਂ ਗੱਲਾਂ ਤੇ ਉਹ ਅੰਧ ਭਗਤ ਜਿਹੜੇ ਨੇ, ਤੁਸੀਂ ਭਾਵੇਂ ਥਾਲੀਆਂ ਆਪਣੇ ਘਰ ਖੜਕਾਈ ਜਾਓ ਜਾਂ ਸੜਕ ਤੇ ਖੜੇ ਹੋ ਕੇ ਖੜਕਾ ਲਓ, ਉਹਨਾਂ ਨੇ ਸੁਣਨੀ ਹੈ ਮਨ ਕੀ ਬਾਤ। ਤੇ ਜਿਨ੍ਹਾਂ ਨੇ ਇੰਨੀ ਕਰੋੜਾਂ ਹਰ ਵੋਟਾਂ ਪਾਈਆਂ ਨੇ ਉਹਨਾਂ ਨੂੰ, ਉਹ ਫਿਰ ਸੁਣਨਗੇ। ਅਜੇ ਵੀ ਉਹ ਪੱਖ 'ਚ ਹਨ, ਉਹ ਸੁਣਨਗੇ, ਉਹਨਾਂ ਨੂੰ ਸੁਣਨ ਤੋਂ ਰੋਕ ਨਹੀਂ ਹੋਣਾ। ਠੀਕ ਹੈ, ਥਾਲੀਆਂ ਖੜਕਾਉਣ ਦਾ ਵਿਰੋਧ ਕਰਨ ਦਾ ਤਰੀਕਾ ਬਹੁਤ ਸੋਹਣਾ ਹੈ ਜੀ। ਉਹ ਕਹਿੰਦੇ ਕਿ ਉਸੇ ਹੀ ਤਰਜ਼ ਤੇ, ਜਿੱਦਾਂ ਇਹਨਾਂ ਨੇ ਕੀਤਾ ਉਸੇ ਤਰਜ਼ ਤੇ ਹੁਣ ਇਹਨਾਂ ਨੂੰ ਜਵਾਬ ਦੇਵਾਂਗੇ। ਬਿਲਕੁਲ ਜੀ। ਸਰ, ਕਹਿੰਦੇ ਹੁੰਦੇ ਵੀ ਅੰਨਾ ਵੰਡੇ ਰਿਓੜੀਆਂ ਤੇ ਮੁੜ-ਮੁੜ ਆਪਣਿਆਂ ਨੂੰ ਹੀ ਦੇਈ ਜਾਵੇ। ਹੁਣ ਕੇਂਦਰ ਸਰਕਾਰ ਨੇ ਜਿਹੜੇ ਖੇਤੀ ਕਾਨੂੰਨ ਬਣਾਏ ਨੇ, ਇਹਨਾਂ ਦੇ ਵਜ਼ੀਰ ਮੁੜ-ਮੁੜ ਉਹਦੇ ਸੋਲੇ ਗਾਉਂਦੇ ਨੇ, ਤੇ ਹੁਣ ਪੰਜਾਬ ਦੇ ਜਿਹੜੇ ਗਾਇਕ ਨੇ ਹੰਸਰਾਜ ਹੰਸ, ਇਹਨਾਂ ਨੇ ਵੀ ਖੇਤੀ ਕਾਨੂੰਨਾਂ ਦੇ ਸੋਲੇ ਗਾਉਣੇ ਸ਼ੁਰੂ ਕਰ ਦਿੱਤੇ ਨੇ। ਦਿੱਲੀ ਦੇ ਆਸ-ਪਾਸ ਜਿਹੜੇ ਪਿੰਡ ਨੇ, ਉੱਥੇ ਜਾ ਕੇ ਉਹ ਫਾਇਦੇ ਸਮਝਾ ਰਹੇ ਨੇ ਕਿਸਾਨਾਂ ਨੂੰ ਕਿ ਖੇਤੀ ਕਾਨੂੰਨਾਂ ਦੇ ਕੀ ਫਾਇਦੇ ਨੇ, ਲੋਕਾਂ ਪਿੱਛੇ ਨਾ ਲੱਗੋ, ਖੇਤੀ ਕਾਨੂੰਨ ਤੁਹਾਡੇ ਹੱਕ 'ਚ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹੰਸਰਾਜ ਹੰਸ ਗਾਇਕ ਬਹੁਤ ਵਧੀਆ ਨੇ ਜੀ, ਔਰ ਥੋੜ੍ਹੇ ਗਾਇਕ ਨੇ ਪੰਜਾਬ ਦੇ ਵਿੱਚ ਜਿਹੜੇ ਨਵੀਂ ਗਾਇਕੀ ਦੇ ਨਾਲ ਨਾਲ ਸੂਫੀਜ਼ਮ ਤੇ ਹੋਰ ਜਿਹੜੀ ਸਾਡੀ ਕਲਾਸੀਕਲ ਗਾਇਕੀ ਉਹਦੇ ਵਿੱਚ ਵੀ ਮੁਹਾਰਤ ਹਾਸਲ ਰੱਖਦੇ ਨੇ, ਔਰ ਉਹਨਾਂ ਨੇ ਬਹੁਤ ਨਾਮ ਨਾ ਖੱਟਿਆ, ਨੋ ਡਾਊਟ, ਇਸ ਵਿੱਚ ਕੋਈ ਸ਼ੱਕ ਨਹੀਂ। ਜਦੋਂ ਤੱਕ ਉਹਨਾਂ ਦੇ ਰਾਜਨੀਤਿਕ ਸੂਝ-ਬੂਝ ਤੇ ਉਹਨਾਂ ਦੇ ਰਾਜਨੀਤਿਕ ਜੋੜ-ਤੋੜ ਦੀ ਗੱਲ ਆਉਂਦੀ ਹੈ, ਫਿਰ ਹਾਸਾ ਆਉਂਦਾ ਬਹੁਤ ਵਾਰੀ, ਔਰ ਇੰਨੀ ਵਾਰ ਉਹਨਾਂ ਨੇ ਪੈਂਤਲੇ ਬਦਲੇ ਨੇ। ਤੁਸੀਂ ਕਿਹਾ ਕਿ ਪੰਜਾਬ ਦੇ ਗਾਇਕ ਨੇ ਜਾਂ ਪੰਜਾਬੀ ਦੇ ਗਾਇਕ ਨੇ, ਪੰਜਾਬ ਦੇ ਰਾਜ ਗਾਇਕ ਦਾ ਦਰਜਾ ਹੈ ਉਹਨਾਂ ਕੋਲ, ਤੇ ਪਦਮ ਸ਼੍ਰੀ ਵੀ ਆ। ਉਹ ਕਾਂਗਰਸ ਦੇ ਵਿੱਚ ਵੀ ਕਦੇ ਸੋਲੇ ਗਾਉਂਦੇ ਸਨ, ਕਾਂਗਰਸ ਪਾਰਟੀ ਵੱਲੋਂ ਚੋਣ ਤਾਂ ਨਹੀਂ ਲੜੀ। ਇੱਕ ਜਗ੍ਹਾ ਤੇ ਸਪੀਚ ਦੇ ਰਹੇ ਸਨ ਜਦੋਂ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਨੇ, ਤੇ ਗਾ ਰਹੇ ਸਨ ਕੋਈ ਸਟੇਜ ਤੇ ਉਧਰੋਂ ਕੈਪਟਨ ਅਮਰਿੰਦਰ ਸਿੰਘ ਆ ਗਏ ਤੇ ਗੀਤ ਗਾ ਰਹੇ ਸੀ, ਸਿੱਲੀ ਸਿੱਲੀ ਆਉਂਦੀ ਏ ਹਵਾ, ਹੈਂ ਉੱਥੇ ਕੋਈ ਰੋਂਦਾ ਹੋਵੇਗਾ, ਤੇ ਗਾਉਣ ਲੱਗ ਪਏ, ਠੰਡੀ ਠੰਡੀ ਆਉਂਦੀ ਏ ਹਵਾ, ਮਹਾਰਾਜਾ ਆਉਂਦਾ ਹੋਵੇਗਾ। ਇਹ ਉਹਨਾਂ ਦੇ ਆਪਣੇ ਬੋਲ ਸਨ। ਸੋ ਇੰਨੇ ਭਗਤ ਸਨ। ਸੁਰਜੀਤ ਬਿੰਦਰਖੀਏ ਦੇ ਘਰ ਉਹਦੇ ਭੋਗ ਤੇ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਮਹਾਰਾਜੇ ਨਾਲ ਗੱਲ ਕਰ ਲਈ ਹੈ, ਇਸ ਪਿੰਡ ਨੂੰ ਆਹ ਦੇਵਾਂਗੇ, ਬਿੰਦਰਖੀਏ ਦੇ ਨਾਂ ਤੇ ਆਹ ਹੋਵੇਗਾ, ਮੈਂ ਗੱਲ ਉਹਨਾਂ ਨਾਲ ਪੱਕੀ ਕਰ ਲਈ ਹੈ, ਮੇਰੀ ਗੱਲ ਉਹਨਾਂ ਨੇ ਗੱਲ ਇਸ ਤਰ੍ਹਾਂ ਉੱਥੇ ਪੇਸ਼ ਕੀਤੀ। ਇਸ ਤਰ੍ਹਾਂ ਦਾ ਰੱਖਦੇ ਸਨ। ਫਿਰ ਅਕਾਲੀ ਦਲ ਦੇ ਵਿੱਚ ਵੀ ਹੋ ਗਏ। ਅਕਾਲੀ ਦਲ ਦੇ ਵਿੱਚ ਉਹਨਾਂ ਨੇ ਬੜੀਆਂ ਬੜੀਆਂ ਗੱਲਾਂ ਕੀਤੀਆਂ। ਫਿਰ ਇੱਕ ਸਟੇਜ ਦੇ ਉੱਪਰ ਉਹ ਗੱਲ ਸਾਰੇ ਮੰਚ ਸਾਂਝਾ ਕਰ ਰਹੇ ਸਨ, ਉਹ ਉੱਥੋਂ ਥੱਲੇ ਉਤਰ ਗਏ। ਉਹ ਇਹ ਕਹਿ ਕੇ ਕਿ ਇਹ ਦੇਖੋ ਜੀ, ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਗੱਲ ਸੁਣੀ ਨਹੀਂ ਜਾ ਰਹੀ, ਸਾਨੂੰ ਮੋਹਰੇ ਕਰ ਦਿੱਤਾ। ਤੇ ਫਿਰ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਦੇ ਉੱਪਰ ਉਹ ਇਹ ਇੱਥੋਂ ਤੱਕ ਕਿਹਾ ਹੈ ਕਿ ਮੇਰੀ ਜ਼ਿੰਦਗੀ ਦੀ ਇਹ ਬਹੁਤ ਵੱਡੀ ਗਲਤੀ ਸੀ ਕਿ ਮੈਂ ਰਾਜਨੀਤਿਕ ਪਾਸੇ ਵੱਲ ਨੂੰ ਗਿਆ ਤੇ ਮੈਂ ਕੰਨਾਂ ਨੂੰ ਹੱਥ ਲਾਉਂਦਾ, ਮੈਂ ਦੁਬਾਰਾ ਉਧਰ ਨੂੰ ਜਾਵਾਂਗਾ ਨਹੀਂ। ਉਹਨਾਂ ਦੀ ਆਪਣੀ ਪਰਸਨਲ ਮਰਜ਼ੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਇੱਥੇ ਅਸੀਂ ਉਹਨਾਂ ਤੇ ਕਿੰਤੂ ਪ੍ਰੰਤੂ ਕਰ ਸਕਦੇ ਹਾਂ, ਪਰ ਮਰਜ਼ੀ ਉਹਨਾਂ ਦੀ ਫਿਰ ਵੀ ਆਪਣੀ ਰਹੇਗੀ ਕਿ ਉਹਨਾਂ ਨੇ ਰਾਜਨੀਤਿਕ ਜੀਵਨ ਦੇ ਵਿੱਚ ਰਹਿਣਾ ਜਾਂ ਨਹੀਂ ਰਹਿਣਾ, ਜਾਂ ਕਿਸ ਪਾਰਟੀ ਨਾਲ ਜੋੜ ਤੋੜ ਰੱਖਣਾ, ਕਿਹਦੀ ਸਿਫਤ ਕਰਨੀ ਹੈ ਤੇ ਕਿਹਦੀ ਵਿਰੋਧਤਾ ਕਰਨੀ ਹੈ, ਉਹਨਾਂ ਨੇ ਡਿਸਾਈਡ ਕਰਨਾ। ਪਰ ਉਹਨਾਂ ਦੇ ਇਸ ਤਰ੍ਹਾਂ ਪੈਂਤੜੇ ਬਦਲਣੇ ਤੇ ਫਿਰ ਦੂਸਰੇ ਦੇ ਵਿਰੁੱਧ ਇੰਨੇ ਹੋ ਜਾਣਾ ਕਿ ਦੇਖਣਾ ਹੀ ਕੁਛ ਨਹੀਂ, ਉਹ ਮਾੜੀ ਗੱਲ ਹੈ। ਹੁਣ ਉਹਨਾਂ ਵੱਲੋਂ ਦਿੱਲੀ ਦੇ ਲਾਗਲੇ ਪਿੰਡ ਜਿਹੜੇ ਨੇ ਜਿੱਥੇ ਖੇਤੀਬਾੜੀ ਹੁੰਦੀ ਹੈ, ਉੱਥੇ ਜਾ ਕੇ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਸਾਰੇ ਬਹੁਤ ਵਧੀਆ ਕਾਨੂੰਨ ਨੇ। ਨਰਿੰਦਰ ਸਿੰਘ ਤੋਮਰ ਕਹਿ ਰਹੇ ਨੇ, ਮੋਦੀ ਕਹਿ ਰਹੇ ਨੇ, ਤੁਸੀਂ ਉਹਨਾਂ ਦੀ ਗੱਲ ਤੇ ਯਕੀਨ ਕਰੋ। ਅੰਦਰੂਨੀ ਜਾਣਕਾਰੀ ਹੰਸਰਾਜ ਹੰਸ ਨੂੰ ਕਿੰਨੀ ਕੁ ਹੈ ਇਸ ਗੱਲ ਦਾ ਮੈਨੂੰ ਅੰਦਾਜ਼ਾ ਨਹੀਂ, ਪਰ ਉਹਨਾਂ ਦੇ ਬਿਆਨ ਹਾਲ ਦੀ ਘੜੀ ਹਾਸੋਹੀਣੇ ਨੇ। ਜਦੋਂ ਉਹਨਾਂ ਨੂੰ ਕੋਈ ਪੱਤਰਕਾਰ ਪੁੱਛਦਾ, ਕਈ ਵਾਰੀ ਉਹ ਬਹੁਤੇ ਸੀਰੀਅਸ ਹੋ ਜਾਂਦੇ ਨੇ ਤੇ ਉਹ ਝਾੜ ਦਿੰਦੇ ਨੇ ਪੱਤਰਕਾਰ ਨੂੰ ਕਿ ਤੂੰ ਮੈਨੂੰ ਕੀ ਪੁੱਛ ਰਿਹਾ, ਤੇ ਦੂਸਰੀ ਵਾਰੀ ਉਹਨਾਂ ਨੂੰ ਕੋਈ ਪੁੱਛਦਾ ਤੇ ਉਹ ਹਾਸੇ ਵਿੱਚ ਗੱਲ ਪਾ ਦਿੰਦੇ ਨੇ। ਉਹਨਾਂ ਦਾ ਮੈਂ ਸਮਝਦਾ ਕਿ ਪੁਖਤਾ ਸਟੈਂਡ ਉਹਨਾਂ ਦਾ ਨਹੀਂ ਹੈ ਹੰਸਰਾਜ ਹੰਸ ਦਾ, ਪਰ ਉਹਨਾਂ ਨੂੰ ਪੰਜਾਬ ਦਾ ਹੋਣ ਦੇ ਨਾਤੇ, ਪੰਜਾਬ ਦਾ ਪੁੱਤਰ ਹੋਣ ਦੇ ਨਾਤੇ ਉਹ ਤਾਂ ਬੜੇ ਨਾਰਾਜ਼ ਨੇ। ਉਹ ਕਹਿੰਦੇ ਕਿ ਪੰਜਾਬੀਆਂ ਤਾਂ ਮੈਂ ਇੰਨੇ ਸਾਲ ਘੁਲਦਾ ਰਿਹਾ ਤੇ ਇਹਨਾਂ ਨੇ ਤੇ ਮੈਨੂੰ ਵੋਟਾਂ ਹੀ ਨਹੀਂ ਕਦੀ ਪਾਈਆਂ, ਜਿਤਾਇਆ ਨਹੀਂ, ਤੇ ਦਿੱਲੀ ਵਾਲਿਆਂ ਨੇ ਮੈਨੂੰ ਸਿਰ ਤੇ ਬਿਠਾ ਲਿਆ। ਸੋ ਗੱਲ ਉਹ ਦਿੱਲੀ ਦੇ ਪੱਖ ਦੀ ਕਰ ਰਹੇ ਨੇ। ਦਿੱਲੀ ਵਿੱਚ ਵੀ ਉਹਨਾਂ ਦੇ ਹੋਰ ਵੀ ਸਾਥੀ ਹੋਣਗੇ ਜਿਹੜੇ ਉਹਨਾਂ ਦੇ ਸਲਾਹਕਾਰ ਨੇ। ਉਹਨਾਂ ਨੂੰ ਚਾਹੀਦਾ ਕਿ ਹੰਸਰਾਜ ਹੰਸ ਨੂੰ ਥੋੜਾ ਜਿਹਾ ਲੋਕ ਪੱਖੀ ਹੋਣ ਦਾ ਵੀ, ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਗੱਦੀ ਮਿਲ ਜਾਣੀ ਜਾਂ ਇੱਕ ਵਾਰੀ ਇਲੈਕਸ਼ਨ ਜਿੱਤ ਜਾਣਾ, ਉਹ ਬਹੁਤ ਵੱਡੀ ਗੱਲ ਨਹੀਂ।
ਮੈਂ ਸਮਝਦਾ ਕਿ ਉਹ ਜਿਹੜਾ ਉਹਨਾਂ ਨੇ ਰੁਤਬਾ ਹਾਸਲ ਕੀਤਾ ਹੋਇਆ ਇੱਕ ਸੂਫੀ ਗਾਇਕ ਦੇ ਤੌਰ ਤੇ ਉਹ ਬਹੁਤ ਉੱਚਾ ਹੈ। ਇਹ ਪਦਵੀਆਂ ਬਹੁਤ ਨੀਵੀਆਂ। ਗਰੇਵਾਲ ਸਾਹਿਬ, ਤੁਹਾਡੀ ਇਸ ਬਾਰੇ ਕੀ ਪ੍ਰਤੀਕਿਰਿਆ ਆ ਕਿ ਹੰਸਰਾਜ ਹੰਸ ਦਿੱਲੀ ਦੇ ਲਾਗੇ ਚਾਗੇ ਦੇ ਪਿੰਡਾਂ ਦੇ ਵਿੱਚ ਖੇਤੀ ਕਾਨੂੰਨਾਂ ਦੇ ਗੁਣਗਾਨ ਕਰ ਰਹੇ ਨੇ? ਦੇਖੋ, ਇਹਦੇ 'ਚ ਜਿਹੜੀ ਗੱਲ ਮੈਂ ਦੇਖਦਾ ਜੀ, ਮੈਨੂੰ ਇਹਦੇ 'ਚ ਹੰਸਰਾਜ ਹੰਸ 'ਚ ਜਦੋਂ ਇਹ ਪ੍ਰਚਾਰ ਕਰਦਾ ਹੈ, ਇੱਕ ਪੰਜਾਬੀ ਦਾ ਗਾਇਕ ਨਹੀਂ ਨਜ਼ਰ ਆਉਂਦਾ। ਕਿਉਂਕਿ ਜਿਹੜੇ ਪੰਜਾਬੀ ਦੇ ਚੰਗੇ ਗਾਇਕ ਨੇ ਉਹ ਸਾਰੇ ਇਹ ਗੱਲ ਨੂੰ ਸਮਝਦੇ ਆ ਕਿ ਅਸੀਂ ਪੰਜਾਬੀ ਦੀ ਖੱਟਿਆ ਖਾਂਦੇ ਆ, ਪੰਜਾਬੀ ਦਾ ਅਸੀਂ ਕੰਮ ਕਰਦੇ ਆ, ਤੇ ਜਦੋਂ ਪੰਜਾਬ ਦਾ ਕਿਸਾਨ ਜਦੋਜਹਿਦ ਕਰ ਰਿਹਾ ਹੈ ਤੇ ਸਾਡਾ ਵੀ ਉਹਨਾਂ ਦਾ ਸਾਥ ਦੇਣਾ ਬਣਦਾ ਹੈ। ਤੇ ਆਮ ਤੌਰ ਤੇ ਸਾਰੇ ਜਿਹੜੇ ਚੰਗੇ ਗਾਇਕ ਨੇ ਉਹ ਕਿਸਾਨੀ ਮੋਰਚੇ ਦੇ ਵਿੱਚ ਜਾ ਕੇ ਕਿਸਾਨੀ ਗੱਲਾਂ ਦੀ ਜਿਹੜੀ ਹਮਾਇਤ ਕਰਦੇ ਆ। ਪਰ ਜਦੋਂ ਹੰਸਰਾਜ ਹੰਸ ਜੀ ਇਹ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਆ, ਉਹਨਾਂ ਦੇ ਵਿੱਚ ਇੱਕ ਪੰਜਾਬੀ ਗਾਇਕ ਦੇ ਥਾਂ ਤੇ ਮੈਨੂੰ ਤਾਂ ਇੱਕ ਬੀਜੇਪੀ ਦਾ MP ਨਜ਼ਰ ਆ ਰਿਹਾ ਹੈ। ਕਿਉਂਕਿ ਬਾਕੀ ਦੇ ਵੀ ਜਿਹੜੇ ਬੀਜੇਪੀ ਦੇ MP ਨੇ ਜਾਂ ਮੰਤਰੀ ਨੇ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਉਹੀ ਰਾਗ ਅਲਾਪ ਕਰ ਰਹੇ ਆ ਕਿ ਜਿਹੜੇ ਇਹ ਕਾਨੂੰਨ ਨੇ ਇਹ ਖੇਤੀ ਦੇ ਹੱਕ 'ਚ ਨੇ। ਜਿਹੜਾ ਰਾਗ ਪ੍ਰਾਈਮ ਮਿਨਿਸਟਰ ਮੋਦੀ ਜੀ ਤੇ ਐਗਰੀਕਲਚਰ ਮਿਨਿਸਟਰ ਤੋਮਰ ਜੀ ਅਲਾਪ ਕਰ ਰਹੇ ਆ ਉਹੀ ਕਰਦੇ ਆ। ਬਿਲਕੁਲ ਉਸੇ ਤਰਜ਼ ਤੇ ਇਹ ਵੀ ਆਪਣੇ ਇਲਾਕੇ ਵਿੱਚ ਜਾ ਕੇ ਕਰ ਰਹੇ ਆ। ਸੋ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਗੀ। ਉਹ ਆਪਣਾ ਜਿਹੜਾ MP ਵਾਲਾ ਫਰਜ਼ ਹੈ ਉਹ ਨਿਭਾ ਰਹੇ ਆ। ਜੋ ਪੰਜਾਬੀ ਗਾਇਕ ਵਾਲਾ ਇੱਕ ਫਰਜ਼ ਹੈ ਉਹਨੂੰ ਉਹ ਭੁੱਲ ਚੁੱਕੇ ਆ। ਇਹ ਹੁਣ ਉਹਨਾਂ ਦੀ ਮਰਜ਼ੀ ਆ, ਦੋਨਾਂ 'ਚੋਂ ਕਿਹੜਾ ਸਿਲੈਕਟ ਕਰਨਾ ਹੈ, ਆਪਾਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ। ਗਰੇਵਾਲ ਸਾਹਿਬ, ਮੈਨੂੰ ਇਹ ਵੀ ਲੱਗਦਾ ਕਿ ਕਦੇ-ਕਦੇ ਉਹਨਾਂ ਨੇ ਸਟੈਂਡ ਲੈਂਦੇ ਰਹੇ ਨੇ ਪਹਿਲਾਂ, ਭਵਿੱਖ ਤੇ ਸਟੈਂਡ ਲੈ ਲੈਣ ਤਾਂ ਚੰਗੇ ਰਹਿਣਗੇ, ਵਧੀਆ ਰਹਿਣਗੇ। ਚਲੋ ਇਹ ਤਾਂ ਹੁਣ ਉਹਨਾਂ ਦੀ ਸੋਚ ਹੈ ਜੀ। ਠੀਕ ਹੈ, ਸਮਝ ਤਾਂ ਉਹਨਾਂ ਨੂੰ ਵੀ ਹੈਗੀ ਆ ਜੀ। ਸਰ, ਸਵਾਲ ਤਾਂ ਇਸ ਵੇਲੇ ਬਹੁਤ ਨੇ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਸਾਡੇ ਐਕਸਪਰਟਸ ਨੇ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ। ਫਿਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਹੁਣ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।